Yeah. Let's go into the word today. दाऊद ਦਾ ਲਿਖਿਆ ਹੋਇਆ ਇੱਕ ਭਜਨ ਆ, ਉਹ ਭਜਨ ਆ ਜਿਹੜਾ ਉਹ ਦਾਊਦ ਦੀ ਲਾਈਫ ਦਾ ਐਕਸਪੀਰੀਅੰਸ ਆ। A Psalm of David is the experience of his life. ਤੇ ਆਪਾਂ ਇਹ ਸੋਚ ਸਕਦੇ ਹਾਂ ਵੀ ਦੁਨੀਆ, ਚਾਹੇ ਦੁਨੀਆ ਦੇ ਕੰਮ, ਚਾਹੇ ਦੁਨੀਆ ਦੀਆਂ ਸੋਚਾਂ, ਜਦੋਂ ਮਰਜ਼ੀ ਜਿਹੜੇ ਮਰਜ਼ੀ ਯੁੱਗ 'ਚ ਹੋਣ, ਜਿਹੜੇ ਮਰਜ਼ੀ ਸੇਮ ਟਾਈਮ 'ਚ ਹੋਣ, ਉਹ ਸੇਮ ਹੀ ਹੁੰਦੀਆਂ ਨੇ। And as we know, the deeds and the thoughts of the world remains the same through the all generations. ਆਪਾਂ ਨੂੰ ਪਤਾ ਹੈ ਜਿਹੜਾ ਦਾਊਦ ਸੀਗਾ ਉਹ ਬਹੁਤ ਚੈਲੰਜਸ ਦੇ ਵਿੱਚ ਦੀ, ਬਹੁਤ ਪ੍ਰਸਥਿਤੀਆਂ ਦੇ ਵਿੱਚ ਦੀ, ਬਹੁਤ ਔਖੀਆਂ ਘੜੀਆਂ ਦੇ ਵਿੱਚ ਦੀ ਗੁਜ਼ਰਿਆ ਸੀ। And as we know that David went through very hardships and troubles during his time. ਇਹ ਜਿਹੜੇ ਭਜਨ ਨੇ ਉਹ ਇੱਕ ਤਰ੍ਹਾਂ ਦੇ ਜਿਹੜੇ ਦਾਊਦ ਦੇ ਐਕਸਪੀਰੀਅੰਸ ਨੇ ਸਾਰੇ। And all the psalms are the experiences of David. ਆਪਾਂ ਨੂੰ ਵੀ ਜਦੋਂ ਕੋਈ ਵੀ ਐਕਸਪੀਰੀਅੰਸ ਹੁੰਦਾ, ਆਪਾਂ ਬਾਹਰ ਕਿਸੇ ਭੈਣ ਭਰਾ ਨੂੰ ਦੱਸਦੇ ਆ, ਰਾਹ ਦੇ ਵਿੱਚ ਤੁਰੇ ਜਾਂਦਿਆਂ ਨੂੰ ਦੱਸਦੇ ਆ, ਕਿਤੇ ਪਾਰਕ 'ਚ ਬੈਠੇ ਆ ਉੱਥੇ, ਜਿਵੇਂ ਆਪਾਂ ਆਪਣੀ ਭਾਸ਼ਾ ਦੇ ਵਿੱਚ, ਬਿਬਲੀਕਲ ਭਾਸ਼ਾ ਦੇ ਵਿੱਚ ਆਪਾਂ ਉਹਨੂੰ ਟੈਸਟਮਨੀ ਕਹਿ ਦਿੰਦੇ ਆ। And we also share our testimonies with the others, like when we go to park or somewhere. ਤੇ ਉਹ ਜਿਹੜੀਆਂ ਆਪਣੇ ਤਜਰਬੇ ਹੁੰਦੇ ਆ ਜਦੋਂ ਆਪਾਂ ਸ਼ੇਅਰ ਕਰਦੇ ਆ, ਉਹ ਸ਼ੋਰ ਨਹੀਂ ਉਹਨਾਂ ਤੋਂ ਆਪਾਂ ਨੂੰ ਵੀ ਸਿੱਖਣ ਨੂੰ ਮਿਲਦਾ ਤੇ ਮੂਹਰੇ ਬੰਦੇ ਨੂੰ ਇੱਕ ਤਰ੍ਹਾਂ ਦੀ ਸਲਾਹ ਵੀ ਮਿਲ ਜਾਂਦੀ ਆ, ਗਾਹਾਂ ਨੂੰ ਉਹ ਬਚ ਬਚਾ ਕੇ ਕਰਦਾ ਆ ਕੋਈ ਗੱਲ, ਜਾਂ ਕਿਸ ਤਰ੍ਹਾਂ ਮਤਲਬ ਉਹ ਸਾਡੇ ਇੱਕ ਤਰ੍ਹਾਂ ਦੇ ਬੈਨੀਫਿਟ ਹੁੰਦੇ ਆ। And we learn from our experiences and the others get advice from it, and these are benefits in the both way. ਹੁਣ ਰਾਜਾ ਸੁਲੇਮਾਨ ਦੀਆਂ ਆਪਾਂ ਨੂੰ ਪਤਾ ਜਿਹੜੀ ਕਿਤਾਬ ਲਿਖੀ ਹੋਈ ਹੈ, ਕਹਾਵਤਾਂ ਦੀ ਕਿਤਾਬ ਲਿਖੀ ਹੋਈ ਹੈਗੀ ਹੈ ਰਾਜਾ ਸੁਲੇਮਾਨ ਨੇ, ਉਹ ਵੀ ਉਹਦੇ ਸਾਰੇ ਐਕਸਪੀਰੀਅੰਸ ਤੇ, ਉਪਦੇਸ਼ਕ ਦੀ ਪੋਥੀ ਹੈ ਜਿਹੜੀ ਉਹ ਵੀ ਉਹਦੇ ਸਾਰੇ ਐਕਸਪੀਰੀਅੰਸ ਨੇ। And King Solomon wrote two books from his experiences. One is the Proverbs and other is a book of Ecclesiastes. ਇਹ ਐਕਸਪੀਰੀਅੰਸ ਚਾਹੇ ਜਿਹਦੇ ਮਰਜ਼ੀ ਹੋਣ, ਚਾਹੇ ਸੁਲੇਮਾਨ ਦੇ ਰਾਜਾ ਦੇ, ਚਾਹੇ ਦਾਊਦ ਰਾਜਾ ਦੇ ਨੇ, ਪਰ ਇੱਕ ਗੱਲ ਮੰਨਣ ਵਾਲੀ ਹੈ ਕਿ ਉਹਨਾਂ ਦੇ ਐਕਸਪੀਰੀਅੰਸਾਂ ਤੋਂ ਸਾਨੂੰ ਬਹੁਤ ਸਿੱਖਣ ਨੂੰ ਮਿਲਦਾ। It doesn't matter whose experience is it, but one thing is to learn that we have learned a lot from these experiences. ਜਦੋਂ ਆਪਾਂ ਕਹਾਵਤਾਂ ਪੜ੍ਹਦੇ ਹਾਂ ਸਾਨੂੰ ਬੁੱਧੀ ਦੀਆਂ ਗੱਲਾਂ ਮਿਲਦੀਆਂ ਨੇ। And we learn the things of wisdom from the Proverbs. ਜਦੋਂ ਆਪਾਂ ਦਾਊਦ ਦੇ ਵੱਲ ਜਾਂਦੇ ਹਾਂ, ਆਪਾਂ ਦੇਖਦੇ ਵੀ ਕਿੰਨੀਆਂ ਕਿੰਨੀਆਂ ਮੁਸ਼ਕਲਾਂ ਦੇ ਵਿੱਚੋਂ ਭੱਜ ਭੱਜ ਕੇ ਪਰਮੇਸ਼ਰ ਨੇ ਕਿਵੇਂ ਉਹਨੂੰ ਬਚਾਇਆ ਸੀ। And we learn about the problems of David when we go through Psalms. ਤੇ ਇਹ ਜਿਹੜੀਆਂ ਐਕਸਪੀਰੀਅੰਸ ਨੇ ਇਹ ਆਪਾਂ ਨੂੰ ਇੱਕ ਤਰ੍ਹਾਂ ਦੀ ਚੰਗੀ ਸੇਧ ਦੇ ਦਿੰਦੇ ਆ, ਨਾਲੇ ਸੰਸਾਰਿਕ ਜੀਵਨ ਦੇ ਵਿੱਚ ਤੇ ਨਾਲੇ ਰੂਹਾਨੀ ਜ਼ਿੰਦਗੀ ਦੇ ਵਿੱਚ। And these experiences give us a path, a direction in our spiritual and in our worldly life. ਕਿੰਨੇ ਜਾਣੇ ਸਹਿਮਤ ਨੇ ਇਸ ਗੱਲ ਤੇ? ਆਮੀਨ, ਹਾਲੇਲੂਇਆ, ਹਾਲੇਲੂਇਆ। ਆਪਾਂ ਅੱਜ ਕੁਝ ਇੱਥੇ ਦਾਊਦ ਦੇ ਐਕਸਪੀਰੀਅੰਸ ਦੇਖਾਂਗੇ ਇੱਕ ਭਜਨ ਦੇ ਵਿੱਚੋਂ। And we're going to see David's experience from one psalm. ਜਿਹੜਾ ਇਹ ਤਾਂ ਕਿ ਜਿਹੜਾ ਆਪਾਂ ਦਾਊਦ ਦੇ ਐਕਸਪੀਰੀਅੰਸ ਦੇ ਵਿੱਚੋਂ ਆਪਾਂ ਸਿੱਖਾਂਗੇ ਤਾਂ ਕਿ ਆਪਣੀ ਜ਼ਿੰਦਗੀ 'ਚ ਸੁਧਾਰ। ਸ਼ੋਰ ਨਹੀਂ, ਜਿਵੇਂ ਹੁਣ ਸਿਸਟਰ ਜੀ ਨੇ ਦੱਸਿਆ ਵਾ, ਆਪਾਂ ਨੂੰ ਪਤਾ ਵਾ ਰੂਹ ਦੀਆਂ ਗੱਲਾਂ ਚੱਲਦੀਆਂ, ਉਹ ਖਾਲੀ ਐ ਸੁਣ ਕੇ ਵੀ ਇੰਜੋਏ ਕਰਨ ਦੇ ਵਾਸਤੇ ਨਹੀਂ, ਆਪਣੇ ਵਿੱਚ ਸੁਧਾਰ ਕਰਦੇ। ਉਹ ਇੱਕ ਤਰ੍ਹਾਂ ਦੀ ਆਪਣੀ ਕਰੈਕਸ਼ਨ ਆ ਜੇ ਦੇਖਿਆ ਜਾਵੇ। And these talks of the spirit is for the correction of our spirit. It's not just the talkings, it's a correction for us. ਇਹ ਭਜਨ ਆ ਜਿਹੜਾ ਇਹ 37 ਭਜਨ ਆ, ਜਿਹੜਾ 37 ਸਾਮ ਹੈਗਾ, ਇਹਦਾ ਮੂਲੀਆਂ 8 ਵਰਸਸ ਨੇ ਜਿਹੜੀਆਂ, ਇਹਦੇ ਵਿੱਚੋਂ ਹੀ ਆਪਾਂ ਦੇਖਾਂਗੇ ਕੁਝ। And we can see from Psalm 37 from verse 1 to 8. ਤਾਂ ਕਿ ਉਹਦੇ ਵਿੱਚੋਂ ਆਪਾਂ ਇਹ ਦੇਖ ਸਕੀਏ ਵੀ ਉਹਨਾਂ ਦੇ ਵਿੱਚ ਦਾਊਦ ਆਪਾਂ ਨੂੰ ਕੀ ਸਿੱਖਿਆ ਦਿੰਦਾ ਆ, ਤਾਂ ਕਿ ਆਪਾਂ ਉਹਨਾਂ ਚੀਜ਼ਾਂ ਤੋਂ ਬਚ ਜਾਈਏ ਜਿਹਦੇ ਤੋਂ ਦਾਊਦ ਬਚਿਆ ਸੀ, ਤੇ ਗਾਹਾਂ ਆਪਾਂ ਆਪਣੇ ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦੇ ਸਕੀਏ ਤਾਂ ਕਿ ਉਹ ਵੀ ਇਹਨਾਂ ਤੋਂ ਬਚੇ ਰਹਿਣ ਤੇ ਇਸ ਦੇ ਮੁਤਾਬਕ ਚੱਲਣ। So we need to learn from this psalm so that we can also make our children learn so that they should be saved from the evil doers. ਆਪਾਂ ਭਜਨ 37 ਹੈ ਜਿਹੜਾ 1 ਤੋਂ ਲੈ ਕੇ 8 ਆਇਤਾਂ ਹੈਗੀਆਂ ਨੇ, ਇਹਦੇ ਵਿੱਚੋਂ ਆਪਾਂ ਵਿੱਚੋਂ ਆਇਤਾਂ ਦੇਖਾਂਗੇ। ਆਪਾਂ ਇੰਗਲਿਸ਼ ਦੇ ਵਿੱਚ ਇਹਨੂੰ ਪੜਾਂਗੇ, ਪਹਿਲੀ ਤੇ ਦੂਜੀ ਆਇਤ। We're going to read Psalm 37 verse 1 and 2. Do not fret because of evildoers, nor be envious of the workers of iniquity, for they shall soon be cut down like the grass and wither as the green herb. ਕਹਿੰਦਾ ਬੁਰਿਆਂ ਦੇ ਕਾਰਨ ਦੁਖੀ ਨਾ ਹੋ, ਤੇ ਕਹਿੰਦਾ ਕੁਕਰਮੀਆਂ ਦੇ ਕਾਰਨ ਸੜ ਨਾ। ਕਹਿੰਦਾ ਜਦੋਂ ਬੁਰਿਆਂ ਦੇ ਦੁਖੀ ਹੋਣ ਦੀ ਗੱਲ ਆਉਂਦੀ ਹੈ ਨਾ, ਉਦੋਂ ਇਹਦਾ ਮਤਲਬ, ਦੁਖੀ ਹੋਣ ਦਾ ਮਤਲਬ ਇਹ ਨਹੀਂ ਵੀ ਉਹ ਬੁਰੇ ਕੰਮ ਕਰਦਾ ਸੀ ਤਾਂ ਦਾਊਦ ਤੋਂ ਦੁਖੀ ਹੁੰਦਾ ਸੀ। It doesn't mean that David was envious because of their iniquities. ਪਰ ਜਦੋਂ ਉਹ ਬੁਰੇ ਕੰਮ ਕਰਦੇ ਸੀ ਤਾਂ ਦਾਊਦ ਨੂੰ ਇੱਕ ਤਰ੍ਹਾਂ ਦੀ ਖਿਝ ਆਉਂਦੀ ਸੀ ਵੀ ਇਹ ਇਉਂ ਕਿਉਂ ਕਰਦੇ ਆ। ਉਹ ਮਤਲਬ ਜੈਲਸੀ ਕਰਦਾ ਸੀ ਵੀ ਇਹ ਕਾਹਤੋਂ ਇਉਂ ਕਰਦੇ ਆ, ਈਰਖਾ ਕਰਦਾ ਸੀ ਕਿਉਂ ਇਉਂ ਕਰਦੇ ਆ। And David was jealous of those evildoers, like why they do evil deeds.
ਇਸੇ ਕਰਕੇ ਵਚਨ ਦੇ ਵਿੱਚ ਲਿਖਿਆ ਕਹਿੰਦਾ ਤੂੰ ਉਹਨਾਂ ਕਾਰਨ ਸੜ ਨਾ। That's why in the word it says, do not be envious because of ਭਾਵ ਈਰਖਾ ਨਾ ਕਰ। don't be jealous. ਕਹਿੰਦਾ ਵਚਨ ਦੱਸਦਾ ਆ ਕਿ ਕਹਿੰਦਾ ਕਿ ਇਹਦੇ ਨਾਲ ਜੇ ਤੂੰ ਈਰਖਾ ਕਰੇਗਾ, ਜੇ ਤੂੰ ਸਾੜਾ ਕਰੇਗਾ, ਜੇ ਤੂੰ ਜਲਨ ਕਰੇਗਾ ਤਾਂ ਇਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਲੱਗਿਆ, ਤੇਰਾ ਆਪ ਦਾ ਨੁਕਸਾਨ ਹੋਊਗਾ। And verse says, if you would be jealous, you're gonna harm yourself, not anyone else. ਤੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੀਏ, ਸਾੜਾ ਕਰਨ ਤੋਂ, ਈਰਖਾ ਕਰਨ ਤੋਂ। ਇਹ ਚੀਜ਼ਾਂ ਸਾਨੂੰ ਆਪ ਨੂੰ ਹੀ ਸਾੜ ਕੇ ਰੱਖ ਦਿੰਦੀਆਂ ਨੇ ਇੱਕ ਪੁਆਇੰਟ ਤੇ। So that's why we should stay away from this jealousy and envious things, because they're gonna harm us one day. ਤੇ ਆਪਾਂ ਨੂੰ ਪਤਾ ਵੀ ਆਪਾਂ ਬਹੁਤ ਵਾਰੀ ਪੜ੍ਹਦੇ ਆ, ਇਹ ਸੁਣਦੇ ਵੀ ਆ। ਮੱਤੀ ਦੀ ਕਿਤਾਬ ਦੇ ਵਿੱਚ ਜਦੋਂ ਲਿਖਿਆ ਹੋਇਆ, ਮੱਤੀ ਦੀ ਕਿਤਾਬ 'ਚ ਲਿਖਿਆ ਕਹਿੰਦਾ ਜੇ ਤੈਨੂੰ ਜਦੋਂ ਤੂੰ ਚੜਾਵਾ ਚੜਾਉਣ ਜਾਵੇਂ, ਭਾਵ ਜਾਂ ਤੂੰ ਪ੍ਰਾਰਥਨਾ ਕਰਨ ਲੱਗੇ, ਜੇ ਤੈਨੂੰ ਚੇਤੇ ਆ ਜਾਵੇ ਬਈ ਤੇਰਾ ਭਰਾ ਤੇਰੇ ਨਾਲ ਗੁੱਸਿਆ, ਇਹ ਨਹੀਂ ਵੀ ਤੈਨੂੰ ਪਤਾ ਹੈ ਵੀ ਤੇਰਾ ਭਰਾ ਜੇ ਤੈਨੂੰ ਫੀਲ ਹੀ ਹੋਵੇ ਵੀ ਉਹ ਮੇਰਾ ਭਰਾ ਮੇਰੇ ਨਾਲ ਗੁੱਸੇ ਆ, ਤਾਂ ਕਹਿੰਦਾ ਆਪਣਾ ਚੜਾਵਾ ਉੱਥੇ ਰੱਖ ਜਾ, ਉੱਥੇ ਹੀ ਰੱਖ ਜਾ ਕੇ ਪਹਿਲਾਂ ਆਪਣੇ ਭਰਾ ਦੇ ਨਾਲ ਸੁਲ੍ਹਾ ਕਰ, ਫੇਰ ਆਣ ਕੇ ਚੜਾਵਾ ਚੜਾਈ, ਕਹਿੰਦਾ ਉਹ ਤੇਰਾ ਚੜਾਵਾ ਜਿਹੜਾ ਸਵੀਕਾਰ ਹੋਊਗਾ। And in the book of Matthew it says, when you go for an offering and you realize that your brother is angry with you, you go back and make reconciliation with him, then come back and do the offering, then we will accept it. ਜੇ ਅਸੀਂ ਨਹੀਂ ਮਾਫੀ ਮੰਗਦੇ, ਜੇ ਅਸੀਂ ਨਹੀਂ ਉਹਦੇ ਨਾਲ ਸੁਲ੍ਹਾ ਕਰਦੇ, ਤਾਂ ਰਾਤ ਨੂੰ ਸਾਨੂੰ ਸੁਪਨੇ ਉਹੋ ਜਿਹੇ ਆਉਂਦੇ ਆ ਤੇ ਦਿਨ ਨੂੰ ਸਾਨੂੰ ਸੋਚਾਂ ਵੀ ਉਦਾਂ ਦੀਆਂ ਆਉਂਦੀਆਂ। And if we don't do reconcile with him, then we're gonna think about during the day and we're gonna have dreams about it during night. ਆਪਾਂ ਨੂੰ ਪਤਾ ਵੀ ਟੀਵੀਆਂ ਦੇ ਵਿੱਚ ਜਿਹੜੇ ਵੀ ਪ੍ਰੋਗਰਾਮ ਹੁੰਦੇ ਆ, ਡਰਾਮੇ ਲੋਕਾਂ ਦੇ ਘਰੇ ਜਾ ਕੇ ਦੇਖ ਲਓ, ਡਰਾਮੇ ਭੈਣਾਂ ਦੇਖਣ ਲੱਗੀਆਂ ਹੀ ਰਹਿੰਦੀਆਂ ਨੇ। And we know all the, like most of us sisters watch drama serials. ਇੱਕ ਵਾਰੀ ਇੱਕ ਔਰਤ ਕਹਿੰਦੇ ਕਿ ਡਰਾਮਾ ਦੇਖਦੀ ਸੀ ਘਰੇ, ਤੇ ਜਦ ਨੂੰ ਉਹ ਡਰਾਮਾ ਕੋਈ ਚੱਲਦਾ ਹੋਊਗਾ, ਪਤਾ ਨਹੀਂ ਕਿਹੜਾ ਹੋਊਗਾ, ਮੈਨੂੰ ਨਾਮ ਨਹੀਂ ਪਤਾ, ਤੇ ਚੱਲਦਾ ਸੀ ਡਰਾਮਾ, ਤਾਂ ਉਹਦਾ ਘਰ ਵਾਲਾ ਕੰਮ ਤੋਂ ਆਇਆ, ਉਹ ਆਣ ਕੇ ਉਹਨੂੰ ਕਹਿੰਦਾ ਵੀ ਮੈਨੂੰ ਰੋਟੀ ਦੇ ਦੇ। And once a sister was watching a drama and her husband came from work and he asked her to give her something to eat. ਉਹ ਕਹਿੰਦੀ ਲਓ ਜੀ, ਕਹਿੰਦੀ ਕਿ ਤੁਹਾਨੂੰ ਕਹਿੰਦੀ ਕਿ ਰੋਟੀ ਦੀ ਪਈ ਆ, ਉਹ ਰਾਮ ਪਿਆਰੀ ਨੂੰ ਵਿਚਾਰੀ ਨੂੰ ਉਹਦੇ ਘਰ ਵਾਲਾ ਘਰੋਂ ਕੱਢਣ ਲੱਗਿਆ ਪਿਆ। And she said that you are thinking about the food and here someone's husband is throwing her out of her room. ਉਹ ਕਹਿੰਦਾ ਉਹਨੂੰ ਤਾਂ ਉਹ ਫੇਰ ਕੱਢੂ, ਪਹਿਲਾਂ ਮੈਂ ਤੈਨੂੰ ਹੀ ਕੱਢਾਂ। He said, okay, let's forget about her. I'm gonna throw you out right now. ਹੋ ਗਿਆ ਨਾ ਡਰਾਮਾ। ਸੋ ਇਸ ਕਰਕੇ ਇਹ ਜਿਹੀਆਂ ਚੀਜ਼ਾਂ ਤੋਂ ਬਚ ਕੇ ਰਹੀਏ, ਇਹ ਜਿਹੇ ਡਰਾਮਿਆਂ ਤੋਂ ਬਚ ਕੇ ਰਹੀਏ। ਡਰਾਮੇ ਮਤਲਬ ਮੈਂ ਇਹਨਾਂ ਦੀ ਗੱਲ ਨਹੀਂ ਕਰਦੀ, ਸੀਰੀਅਲ ਉਹਨਾਂ ਦੀ ਗੱਲ ਨਹੀਂ ਕਰਦੀ, ਵੈਸੇ ਵੀ ਘਰਾਂ ਦੇ ਵਿੱਚ ਜਦੋਂ ਜਿਹੜੀ ਚੀਜ਼ ਵੀ ਪਰਮੇਸ਼ਰ ਦੇ ਖਿਲਾਫ ਆ, ਉਹ ਡਰਾਮੇ ਹੀ ਆ। And that's why we need to stay away from these dramatic things. Whatever is against the God is all drama. ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਬੁਰਾਈ ਲੈ ਕੇ ਆਉਂਦੀਆਂ ਨੇ, ਆਪਣੇ ਬੱਚਿਆਂ ਦੇ ਵਿੱਚ ਬੁਰਾਈ ਲੈ ਕੇ ਆਉਂਦੀਆਂ। ਆਪਾਂ ਤਾਂ ਬਚੀਏ ਆਪਣੇ ਬੱਚਿਆਂ ਨੂੰ ਵੀ ਬਚਾਈਏ ਇਹਨਾਂ ਚੀਜ਼ਾਂ ਤੋਂ। And these all things brings bad evils in us and in our children, and we need to save our generations too from it. ਇੱਕ ਵਾਰੀ ਬਹੁਤ ਚਿਰ ਹੋ ਗਿਆ ਇੱਥੇ ਨਾ ਬ੍ਰਦਰ ਪਾਸਟਰ ਨੇ ਬ੍ਰਦਰ ਕਈ ਦਾ ਵਾਰ ਜੌਨੀ ਲੀਵਰ ਆਏ ਸੀਗੇ। And once Pastor Johnny Lever came to visit here. ਉਹ ਇੱਕ ਗੱਲ ਦੱਸਦੇ ਸੀ, ਉਹ ਕਹਿੰਦੇ ਕਿ ਵੀ ਮੈਂ ਕਿਤੇ ਨਾ ਗਿਆ ਪ੍ਰਚਾਰ ਕਰਨ ਦੇ ਵਾਸਤੇ ਗਿਆ। And he shared something with us that he went somewhere for the ਕਹਿੰਦੇ preaching. ਪਹਿਲਾਂ ਜਿੰਨੇ ਵੀ ਨਾਨ ਬਲੀਵਰ ਸਾਰੇ ਬੈਠੇ ਸੀ ਆਲਮੋਸਟ, ਕਹਿੰਦੇ ਮੈਂ ਉਹਨਾਂ ਨੂੰ ਪੁੱਛਣ ਲੱਗਿਆ ਵੀ ਤੁਸੀਂ ਹਾਂ ਭਾਈ ਟੀਵੀ ਟੂਵੀ ਦੇਖਦੇ ਹੋ, ਰੇਡੀਓ ਤੇ ਖਬਰਾਂ ਸੁਣਦੇ ਹੋ? And he said he asked all the non-believers, do you watch news? ਉਹ ਕਹਿੰਦੇ ਹਾਂਜੀ ਸੁਣਦੇ ਆ, ਕੀ ਆ ਜੀ ਬਸ ਲੜਾਈ ਝਗੜਾ ਮਾਰ ਕਟਾਈ ਆਹੀ ਕੁਛ ਰਹਿੰਦਾ ਆ ਉਹਨਾਂ ਦੇ ਉੱਤੇ ਖਬਰਾਂ 'ਚ। And they said yes, we watch the news and it's all about the bad things, the fightings and everything. ਪਰ ਕਹਿੰਦੇ ਕਿ ਵੀ ਮੈਂ ਉਹਨਾਂ ਨੂੰ ਕਿਹਾ ਵੀ ਅੱਜ ਮੈਂ ਇੱਕ ਗੁੱਡ ਨਿਊਜ਼ ਲੈ ਕੇ ਆਇਆ ਵਾਂ ਤੁਹਾਡੇ ਵਾਸਤੇ। ਉਹ ਗੁੱਡ ਨਿਊਜ਼, ਉਹ ਸਾਰੀਆਂ ਬੈਡ ਨਿਊਜ਼ ਨੇ, ਅੱਜ ਗੁੱਡ ਨਿਊਜ਼ ਲੈ ਕੇ ਆਇਆ ਵਾਂ, ਜਿਹੜੀ ਗੁੱਡ ਨਿਊਜ਼ ਸਾਰੇ ਸੰਸਾਰ ਵਾਸਤੇ ਆ। ਐਨ ਫॉर ਨਾਰਥ, ਈਸਟ, ਵੈਸਟ ਐਂਡ ਚਾਰਾਂ ਦਿਸ਼ਾਵਾਂ ਦੇ ਵਾਸਤੇ ਹੈਗੀ ਆ ਇਹ। And he said, today I'm here to give you a good news that is for all the directions, north, east, west and south. ਇਸ ਕਰਕੇ ਜਿਹੜੀ ਭਜਨਾਂ ਦੀ ਕਿਤਾਬ 37 ਦੇ 1-2 ਦੇ ਵਿੱਚ ਲਿਖਿਆ, ਕਹਿੰਦਾ ਕਿ ਤੂੰ ਉਹਨਾਂ ਚੀਜ਼ਾਂ ਕਰਕੇ ਕੁੜ ਨਾ, ਬਲਕਿ ਤੂੰ ਪਰਮੇਸ਼ਰ ਦੇ ਵਿੱਚ ਲੱਗਿਆ ਰਹਿ। ਕੁੜ ਨਾ ਇਹਨਾਂ ਚੀਜ਼ਾਂ ਕਰਕੇ ਆਪਣੇ ਦਿਲ ਨੂੰ ਦੁਖੀ ਨਾ ਕਰ, ਕਹਿੰਦਾ। That's why it says in the book of Psalm 37 that don't be envious because of these things. ਕਿਉਂਕਿ ਪਰਮੇਸ਼ਰ ਕਹਿੰਦਾ ਮੈਂ ਪਲ ਪਲ ਤੇਰੇ ਨਾਲ ਆ, ਮੈਂ 2-2 ਮਿੰਟ ਤੇ ਤੇਰੇ ਨਾਲ ਆ। ਇਸ ਕਰਕੇ ਤੂੰ ਘਬਰਾ ਨਾ, ਉਹਨਾਂ ਲੋਕਾਂ ਕਰਕੇ ਤੂੰ ਘਬਰਾ ਨਾ ਜਿਹੜੇ ਲੋਕ ਬੁਰਿਆਂ ਰਾਹਾਂ ਦੇ ਉੱਤੇ ਚੱਲੇ, ਬਲਕਿ ਤੂੰ ਉਹਨਾਂ ਵਾਸਤੇ ਪ੍ਰਾਰਥਨਾ ਕਰ, ਤੂੰ ਆਪਣੇ ਆਪ ਨੂੰ ਸਿੱਧਾ ਰੱਖ।
And Lord says, don't be worried about those who are following the bad ways, on the bad paths, because I am with you at every moment. ਕਹਿੰਦਾ ਮੈਂ ਤੈਨੂੰ ਤਕੜਿਆ ਕਰੂੰਗਾ, ਤੂੰ ਮੇਰੇ ਤੇ ਭਰੋਸਾ ਰੱਖ। And he said, I will give you strength, just have a faith on me. ਹੁਣ ਭਰੋਸਾ ਕਿਵੇਂ ਰੱਖੂ? ਅਗਲੀ ਆਇਤ ਦੇ ਵਿੱਚ ਹੀ ਉਹਨਾਂ ਨੇ ਲਿਖਿਆ ਵਾ ਵਚਨ ਦੇ ਵਿੱਚ, ਕਹਿੰਦਾ ਭਰੋਸਾ ਇਉਂ ਰੱਖਿਆ ਜਾਓ ਵੀ ਭਲੇ ਕੰਮ ਕਰ, ਉਹ ਕੰਮ ਕਰ ਜਿਹੜੇ ਪਰਮੇਸ਼ਰ ਨੂੰ ਚੰਗੇ ਲੱਗਣ। And how we can build a trust in him? By doing the good deeds. ਕਹਿੰਦਾ ਜੇ ਤੂੰ ਭਰੋਸਾ ਰੱਖ ਕੇ ਉਹ ਕੰਮ ਕਰੇਗਾ, ਉਹ ਕੰਮ ਤੇਰੀ ਰੂਹ ਨੂੰ ਤਾਕਤ ਵੀ ਦੇਣਗੇ ਔਰ ਤੂੰ ਮੇਰੇ ਵਿੱਚ ਬਣਿਆ ਰਹੇਗਾ। And if you will do the good deeds, it will strengthen your spirit and you will develop ਫਿਰ in me. ਕਹਿੰਦਾ ਭਾਵੇਂ ਤੂੰ ਤਿਲਕ ਵੀ ਜਾਵੇਂ ਤਾਂ ਵੀ ਕਹਿੰਦਾ ਕਿ ਤੂੰ ਸਮਝ ਜਾਵੇਂਗਾ। And it doesn't matter if you trip, you're just gonna save yourself. ਕਿਉਂ? ਕਿਉਂਕਿ ਕਹਿੰਦਾ ਪਰਮੇਸ਼ਰ ਕਹਿੰਦਾ ਕਿਉਂਕਿ ਮੇਰੀਆਂ ਅੱਖਾਂ ਹਮੇਸ਼ਾ ਤੇਰੇ ਉੱਤੇ ਲੱਗੀਆਂ ਰਹਿੰਦੀਆਂ ਨੇ। Because Lord says, my eyes are always focused on you. ਇਸ ਕਰਕੇ ਇਹ ਜਿਹੜੀਆਂ ਟੀਵੀਆਂ ਨੇ ਜਾਂ ਇਹ ਜਿਹੜੇ ਵੀ ਇਹੋ ਜਿਹੇ ਮਾਹੌਲ ਨੇ, ਇਹਨਾਂ ਚੀਜ਼ਾਂ ਤੋਂ ਆਪ ਵੀ ਦੂਰ ਰਹੋ ਤੇ ਆਪਣੇ ਬੱਚਿਆਂ ਨੂੰ ਵੀ ਦੂਰ ਰੱਖੋ। That's why you need to stay away from these dramatic things, and you need to save your kids too. ਮੈਨੂੰ ਗੱਲ ਯਾਦ ਹੈ, ਰਾਇਲਨ ਨਿਸ਼ਿਕਾ ਉਹਨਾਂ ਦੇ ਸਕੂਲ ਦੇ ਵਿੱਚ ਇੱਕ ਫੈਮਿਲੀ ਆਉਂਦੀ ਹੁੰਦੀ ਸੀ। And there was a family who used to come to Ryland's ਉਹ school, ਜਿਹੜੀ ਫੈਮਿਲੀ ਸੀ ਉਹਨਾਂ ਦੇ 12 ਬੱਚੇ ਸੀ। and they had 12 kids. ਉਹਨਾਂ ਦੇ 7-8 ਮੁੰਡੇ ਸੀ, ਬਾਕੀ ਜਿਹੜੇ ਬਚ ਗਏ ਕੁੜੀਆਂ ਹੋਣਗੀਆਂ। And they have a 7-8 boys, and rest of them ਮੈਂ are ਆਪ girls. ਜਦੋਂ ਇਸ਼ਿਕਾ ਦੀ ਗ੍ਰੈਜੂਏਸ਼ਨ ਸੀ, ਮੈਂ ਉਹਨਾਂ ਨੂੰ 12 ਨੂੰ ਦੇਖਿਆ ਉੱਥੇ ਲਾਈਨ ਤੇ ਖੜੇ। And I saw, Auntie just saw all 12 of them in the line during the Ishika's ਕਿਉਂਕਿ ਤੁਹਾਨੂੰ ਪਤਾ graduation. ਜਿਹੜੇ ਪੈਸੀਫਿਕ ਅਕੈਡਮੀ ਆ, ਇਹ ਨੰਬਰ 1 ਕ੍ਰਿਸਚੀਅਨ ਸਕੂਲ ਆ। The Pacific Academy is the #1 Christian school. ਉਹਨਾਂ ਦੇ 12 ਦੇ 12 ਬੱਚੇ ਆ ਜਿਹੜੇ ਉੱਥੇ ਹੀ ਪੜ੍ਹਾਏ ਨੇ। ਗ੍ਰੈਜੂਏਸ਼ਨ 12 ਦੇ 12 ਬੱਚਿਆਂ ਨੇ ਉਸ ਸਕੂਲ ਚੋਂ ਕੀਤੀ ਆ। And they're all 12 kids were graduated from that same school. ਪਰ ਗੱਲ ਜਿਹੜੀ ਮੈਂ ਦੱਸਣੀ ਚਾਹੁੰਦੀ ਹਾਂ ਪਤਾ ਕੀ ਆ, ਉਹਨਾਂ ਦੇ ਕੋਲ ਟੀਵੀ ਨਹੀਂ ਸੀ। And you know they don't have a TV at home. ਉਹਨਾਂ ਦੇ ਘਰੇ ਟੀਵੀ ਨਹੀਂ ਸੀ। ਉਹਦੀ ਮਾਂ ਮੈਂ ਆਪ ਦੇਖੀ ਆ, ਜਦੋਂ ਹੈਲੋ ਹਾਈ ਕਰਦੇ ਸੀ ਅਸੀਂ, ਇੱਕ ਵੈਨ ਦੇ ਵਿੱਚ ਆਪਦੇ 12 ਦੇ 12 ਬੱਚਿਆਂ ਨੂੰ ਲੈ ਕੇ ਆਉਂਦੀ ਸੀ ਸਕੂਲ ਛੱਡਣ ਤੇ ਚੱਕਣ। And I saw it by myself. Their mom used to come and drop their kids in the school. ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਇਹਨਾਂ ਤੋਂ ਬਚ ਕੇ ਰਹੀਏ, ਆਪਣੇ ਬੱਚਿਆਂ ਨੂੰ ਬਚਾ ਕੇ ਰੱਖੀਏ। ਭੈਣੋ ਤੇ ਭਰਾਵੋ, ਆਪਾਂ ਤਾਂ ਜਿੰਨੀ ਨਾਮ ਨਾ ਖੱਟਣਾ ਸੀ ਉਹ ਤਾਂ ਖੱਟ ਲਿਆ। ਹੁਣ ਆਪਾਂ ਹੁਣ ਆਪਣੇ ਬੱਚਿਆਂ ਨੂੰ ਦੇਖੀਏ ਆਪਾਂ। That's why we need to stay away from these things, and we need to stay our kids too, because we are done with whatever we have to do. But now we need to save our ਇਸੇ ਕਰਕੇ children. ਪਰਮੇਸ਼ਰ ਕਹਿੰਦਾ ਮੇਰੇ ਤੇ ਭਰੋਸਾ ਰੱਖੋ, ਮੈਂ ਤੁਹਾਨੂੰ ਸੰਭਾਲ ਕੇ ਰੱਖੂ, ਉਹਨਾਂ ਚੀਜ਼ਾਂ ਨੇ ਨਹੀਂ ਸੰਭਾਲਣਾ। That's why Lord says, have faith in me, and I will save you from these ਆ things. ਜਿਹੜੀਆਂ ਹੁਣ ਤੱਕ ਗੱਲਾਂ ਕੀਤੀਆਂ ਨੇ, ਆਪਣਾ ਮੈਸੇਜ ਨਹੀਂ ਸੀਗਾ। And these things were not today's message. ਇਹ ਹੁਣ ਮੈਸੇਜ ਆਪਣਾ ਸ਼ੁਰੂ ਕਰਦੇ ਹਾਂ। And now we're going to start the word of God today. ਪਰਮੇਸ਼ਰ ਦੇ ਉੱਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਆ। And it is very important to have a trust in ਭਲੇ God. ਕੰਮ ਕਰਦੇ ਰਹੀਏ ਪਰਮੇਸ਼ਰ ਦੇ ਵਿੱਚ ਆਣ ਕੇ। Do good deeds when you come into the ਜਦੋਂ Lord. ਭਲੇ ਕੰਮ ਕਰਾਂਗੇ ਤਾਂ ਪਰਮੇਸ਼ਰ, ਜਦੋਂ ਭਲੇ ਕੰਮ ਕਰਾਂਗੇ, ਸ਼ੋਰ ਭਲੇ ਕੰਮ ਉਹਦੇ ਹੋਣਗੇ ਜੋ ਸਾਡਾ ਵਿਸ਼ਵਾਸ ਹੋਊ ਤਾਂ ਪਰਮੇਸ਼ਰ ਆਪਾਂ ਨੂੰ ਪ੍ਰੋਟੈਕਟ ਕਰਕੇ ਰੱਖੂ। And you can do good deeds only then when you have a trust in the Lord. And ਉਹ He is ਹਰ our ਇੱਕ protection. ਵਿਸ਼ਵਾਸੀ ਨੂੰ ਪ੍ਰੋਟੈਕਟ ਕਰਕੇ ਰੱਖਣਾ ਚਾਹੁੰਦਾ। ਜਿਹੜਾ ਵੀ ਭਲਾ ਕੰਮ ਕਰਦਾ, ਭਲਾ ਕੰਮ ਕੀ ਆ? ਪਰਮੇਸ਼ਰ ਦੀਆਂ ਆਗਿਆਵਾਂ ਦਾ ਪਾਲਣ ਕਰਨਾ। And He protects every believer who follow His commands. ਇਹ ਹਰ ਇੱਕ ਉਸ ਵਿਸ਼ਵਾਸੀ ਦਾ ਪਰਮੇਸ਼ਰ ਕੰਟਰੋਲ ਲੈਂਦਾ ਆ, ਜਿਹੜਾ ਉਹਦੇ ਹੱਥਾਂ 'ਚ ਆ, ਜਿਹਨੇ ਬਪਤਿਸਮਾ ਲਿਆ ਹੋਇਆ ਤੇ ਜਿਹਨੇ ਤੌਬਾ ਕੀਤੀ ਵੀ ਆ। And Lord takes control of every believer who has believed in Him and took the ਤੇ baptism. ਜਿਹੜਾ ਮੈਸੇਜ ਆਪਣਾ ਸ਼ੁਰੂ ਅੱਜ ਹੋ ਰਿਹਾ ਵਾ, ਇਹਦੇ ਵਿੱਚ ਇਹ ਆ ਵੀ ਆਪਾਂ ਪਰਮੇਸ਼ਰ ਆਪਾਂ ਨੂੰ ਬਚਾਉਣ ਦੇ ਵਾਸਤੇ ਤਰ੍ਹਾਂ ਦੇ ਤਰੀਕਿਆਂ ਨਾਲ ਆਪਾਂ ਨੂੰ ਪ੍ਰੋਟੈਕਟ ਕਰਕੇ ਰੱਖਦਾ ਵਾ। And today's message is that Lord uses it several ways to protect us from the bad things. ਬਹੁਤ ਚੀਜ਼ਾਂ ਹੋਣਗੀਆਂ ਜਿਸ ਹਿਸਾਬ ਨਾਲ ਪਰਮੇਸ਼ਰ ਆਪਾਂ ਨੂੰ ਪ੍ਰੋਟੈਕਟ ਕਰਦਾ, ਪਰ ਅੱਜ ਆਪਾਂ ਇਸ ਮੈਸੇਜ ਦੇ ਵਿੱਚ ਸਿਰਫ 5 ਚੀਜ਼ਾਂ, 5 ਪ੍ਰੋਟੈਕਸ਼ਨਾਂ ਦੇਖਾਂਗੇ। There will be multiple things that by which Lord saves us, but we're gonna learn about 3 things. ਤੁਹਾਨੂੰ ਪਤਾ ਜਿਹੜਾ ਪ੍ਰੋਟੈਕਸ਼ਨ ਆ ਜਾਂ ਪ੍ਰੋਟੈਕਟ ਕਰਨਾ, ਪ੍ਰੋਟੈਕਸ਼ਨ ਆ ਜਿਹੜੀ, ਉਹਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ? ਬਾੜ ਕਹਿੰਦੇ ਆ। ਆਪਾਂ And you know what is the protection called? It's called hedge in Punjabi. ਪੰਜਾਬੀ ਦੇ ਵਿੱਚ ਉਹਨੂੰ ਬਾੜ ਕਹਿੰਦੇ ਆ। ਕਈ ਵਾਰ ਆਪਾਂ ਨੂੰ ਪਤਾ ਪਿੰਡਾਂ ਦੇ ਵਿੱਚ ਇੱਕ ਕਿਆਰੀਆਂ ਜਿਹੀਆਂ ਬਣਾ ਕੇ ਉੱਥੇ ਬਾੜ ਲਾ ਦਿੰਦੇ ਸੀ। ਬਾਉਂਡਰੀ ਵੀ ਕਹਿ ਸਕਦੇ ਆ, ਹਨਾ, ਹੈਜ ਵੀ ਕਹਿ ਸਕਦੇ ਆ। ਇਦਾਂ ਦੀ ਪ੍ਰੋਟੈਕਸ਼ਨ ਆ ਜਿਹੜੀ ਉਹ ਬਾੜਾਂ ਲਗਾਉਂਦਾ ਆ ਪਰਮੇਸ਼ਰ। And protection is similar like a boundary that we create around our gardens. ਤੇ ਇਹਦਾ ਜਿਹੜੀ ਬਾੜ ਆ, ਜਿਹੜੀ ਪ੍ਰੋਟੈਕਸ਼ਨ ਆ, ਇਹਦੀ ਇੱਕ ਹੋਰ ਐਗਜ਼ਾਮਪਲ ਹੈਗੀ ਆ ਅਯੂਬ ਦੀ ਕਿਤਾਬ ਦੇ ਪਹਿਲੇ ਅਧਿਆਏ ਦੇ ਵਿੱਚ ਆ, ਜਦੋਂ ਜਿਹੜਾ ਸ਼ੈਤਾਨ ਸੀਗਾ, ਪਰਮੇਸ਼ਰ ਨੇ ਕਿਹਾ ਸ਼ੈਤਾਨ ਨੂੰ, ਕਹਿੰਦਾ ਕਿ ਤੂੰ ਕਿੱਥੋਂ ਆਇਆ?
When Lord asked the devil, where did you come from? ਅਯੂਬ ਦੀ ਕਿਤਾਬ ਚੈਪਟਰ 1 ਦੇ ਵਿੱਚ ਆ In the book of Job, chapter 1, ਉਹ ਕਹਿੰਦਾ ਹਾਂ ਜੀ ਆਇਆ ਮੈਂ ਬਸ ਧਰਤੀ ਦੇ ਉੱਤੇ ਸੈਰ ਸਪਾਟਾ ਕਰਕੇ ਆਇਆ ਹਾਂ। and he said, I went to visit the earth. ਉਹਨਾਂ ਦਿਨਾਂ ਦੇ ਵਿੱਚ ਉਸ ਸਮੇਂ ਦੇ ਵਿੱਚ ਜਿੰਨਾ ਚਿਰ ਪ੍ਰਭੂ ਯਿਸੂ ਮਸੀਹ ਨਹੀਂ ਆਏ ਸੀ ਉਦੋਂ ਉਹਦਾ ਐਕਸੈਸ ਖੁੱਲਾ ਸੀਗਾ ਉੱਥੋਂ ਸਵਰਗਾਂ ਤੋਂ ਸ਼ੈਤਾਨ ਆਉਂਦਾ ਸੀ ਘੁੰਮ ਘੁਮਾ ਕੇ ਸੈਰ ਸਪਾਟੇ ਕਰਕੇ ਮੁੜ ਜਾਂਦਾ ਸੀ ਜਾਂਦਾ ਕੀ ਸੀ ਪਰਮੇਸ਼ਰ ਦੇ ਕੋਲੇ ਜਾਂਦਾ ਸੀ ਤੇ ਪਰਮੇਸ਼ਰ ਦੇ ਕੋਲੇ ਜਾ ਕੇ ਪਰਮੇਸ਼ਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਲਾਉਂਦਾ ਸੀ ਜਾ ਕੇ। And before Lord Jesus' arrival, he used to come to visit the earth and used to take complaints about the people and ਤੇ trouble. ਪ੍ਰਭੂ ਯਿਸੂ ਦੇ ਆਉਣ ਤੋਂ ਬਾਅਦ ਉਹਦਾ ਬਿਲਕੁਲ ਉਹ ਦਰਵਾਜ਼ਾ ਬੰਦ ਹੋ ਗਿਆ ਟੋਟਲੀ ਬੰਦ ਹੋ ਗਿਆ ਤਾਂ ਹੀ ਘੁੰਮਦਾ ਫਿਰਦਾ ਕਦੇ ਕਿਤੇ ਰਹਿੰਦਾ ਕਿੱਥੇ ਆ ਚਰਚ ਦੇ ਵਿੱਚ ਰਹਿੰਦਾ ਕਿੱਥੇ ਆ ਪਰਮੇਸ਼ਰ ਦੇ ਲੋਕਾਂ ਵਿੱਚ। ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਵੀ ਬਾਹਰ ਉਹਨੇ ਕੀ ਲੈਣਾ ਬਾਹਰ ਤਾਂ ਉਹਦੀ ਆਪਣੀ ਪ੍ਰਾਪਰਟੀ ਆ ਸਾਨੂੰ ਹੀ ਗੁੰਮਰਾਹ ਕਰਨਾ ਇਸ ਕਰਕੇ ਬਚ ਕੇ ਰਹੀਏ ਉਹਦੀਆਂ ਚਾਲਾਂ ਤੋਂ। And as the Lord Jesus arrived, he closed all the doors for devil and he saved us from him. ਕਹਿੰਦਾ ਤੂੰ ਪਰਮੇਸ਼ਰ ਕਹਿੰਦੇ ਕਿ ਤੂੰ ਕਿੱਥੋਂ ਆਇਆ ਕਹਿੰਦਾ ਘੁੰਮ ਘਮਾ ਕੇ ਆਇਆ ਕਹਿੰਦੇ ਕਿ ਪ੍ਰਭੂ ਕਹਿੰਦੇ ਕਿ ਅੱਛਾ ਤੂੰ ਉੱਥੇ ਇੱਕ ਮੇਰਾ ਧਰਮੀ ਜਨ ਦੇਖਿਆ ਵਾ ਜਿਹੜਾ ਬਹੁਤ ਨਿਸ਼ਕਲੰਕ ਆ ਬਿਲਕੁਲ ਉਹਨੇ ਕਦੇ ਕੋਈ ਬੁਰਾ ਨਹੀਂ ਕੀਤਾ ਤੂੰ ਉਹਨੂੰ ਦੇਖਿਆ ਅਯੂਬ ਆ ਉਹ। And when Lord asked him, where did you come from? And he said, I came from the earth. Lord asked, have you seen one of my sinless person who have never committed a sin? His name is Job. ਤੇ ਸ਼ੈਤਾਨ ਕੀ ਕਹਿੰਦਾ ਪਰਮੇਸ਼ਰ ਨੂੰ ਕਹਿੰਦਾ ਕਿ ਹਾਂ ਦੇਖਿਆ ਕਹਿੰਦਾ ਐਵੇਂ ਤੂੰ ਮਾਰੀ ਜਾਣਾ ਕਹਿੰਦਾ ਕਿਉਂਕਿ ਤੇਰੀ ਪ੍ਰੋਟੈਕਸ਼ਨ ਉਹਦੇ ਉੱਤੇ ਤੇਰੀ ਬਾੜ ਉਹਦੇ ਤੇ ਲੱਗੀ ਵੀ ਆ ਉਹਦੇ ਸਾਰੇ ਘਰ-ਬਾਰ ਤੇ ਉਹਦੇ ਬੱਚਿਆਂ ਦੇ ਉੱਤੇ ਤੇਰੀ ਬਾੜ ਲੱਗੀ ਵੀ ਆ ਇੱਕ ਵਾਰੀ ਹੱਥ ਚੱਕ ਨਾ ਫੇਰ ਮੈਂ ਤੈਨੂੰ ਦੇਖੂੰ ਐਵੇਂ ਮੁਫਤ ਵਿੱਚ ਨੀਗਾ ਕਹਿੰਦਾ ਉਹ ਨਿਸ਼ਕਲੰਕ। And Satan said, yeah, I know he is a sinless because you are protected him with your boundary. Once you will remove your boundary, you can see he will be a sinner. ਕਹਿੰਦਾ ਤੂੰ ਉਹਨੂੰ ਹਰ ਪਾਸੇ ਤੋਂ ਉਹਦੀ ਹਰ ਚੀਜ਼ ਨੂੰ ਪ੍ਰੋਟੈਕਟ ਕਰਕੇ ਰੱਖਿਆ ਗਿਆ। And he said, you have protected him from around everywhere and from everything. ਪੁਰਾਣੇ ਨੇਮ ਦੇ ਵਿੱਚ ਜਦੋਂ ਇਜ਼ਰਾਈਲੀ ਲੋਕ ਸੀਗੇ ਜਿਹੜੇ In the Old Testament, the people of Israel, ਪਹਿਲੇ ਨੰਬਰ 1 ਪਹਿਲੀ ਆਪਾਂ ਪ੍ਰੋਟੈਕਸ਼ਨ ਦੇਖਦੇ ਹਾਂ ਹੁਣ we're gonna see first protection. ਜਿਹੜਾ ਪਰਮੇਸ਼ਰ ਦਾ ਲਹੂ ਆ ਉਹਦੀ ਸ਼ਕਤੀ ਹੈ ਜਿਹੜੀ ਉਹ ਸਭ ਤੋਂ ਵੱਡੀ ਪ੍ਰੋਟੈਕਸ਼ਨ ਆਪਣੇ ਲਈ। And the power of Lord's blood is the biggest protection for us. ਜਦੋਂ ਇਜ਼ਰਾਈਲੀ ਲੋਕ ਜਿਹੜੇ ਸੀਗੇ ਉਹ ਮਿਸਰ ਦੇ ਵਿੱਚੋਂ ਆਏ ਸੀ ਤੇ ਜਦੋਂ ਆਪਾਂ ਨੂੰ ਪਤਾ ਉਹਨਾਂ ਨੇ ਕਿੰਨੀ ਪਰਮੇਸ਼ਰ ਨੇ ਕਦੇ ਕੋਈ ਉਹਨਾਂ ਤੇ ਆਫਤ ਲਿਆਤੀ ਕਦੇ ਕੋਈ ਐਂਡ ਦੇ ਵਿੱਚ ਪਰਮੇਸ਼ਰ ਨੇ ਕੀ ਕਿਹਾ ਸੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਸਾਰਾ ਕੁਝ ਲੈ ਕੇ ਨਿਕਲ ਜਾਓ ਜਿਹੜੇ ਸਾਰੇ ਘਰ ਦੇ ਉੱਤੇ ਮੂਸਾ ਨੂੰ ਕਿਹਾ ਸੀ ਵੀ ਸਾਰੇ ਇਜ਼ਰਾਈਲ ਤੇ ਹਰੇਕ ਦੀ ਘਰ ਦੇ ਉੱਤੇ ਹਰੇਕ ਦੀ ਚਗਾਟ ਦੇ ਉੱਤੇ ਲੇੜੇ ਦਾ ਲਹੂ ਲੱਗਿਆ ਹੋਵੇ ਜਿੱਥੇ ਵੀ ਲੇੜੇ ਦਾ ਲਹੂ ਲੱਗਿਆ ਹੋਊਗਾ ਉਸ ਥਾਂ ਦੇ ਉੱਤੇ ਕਹਿੰਦਾ ਕਿ ਮੌਤ ਦਾ ਫਰਿਸ਼ਤਾ ਆ ਜਿਹੜਾ ਉੱਥੇ ਵਾਰ ਨਹੀਂ ਕਰੂਗਾ। And when the Lord asked the people of Israel when he took them out of Egypt, he asked them to put the blood of a lamb on their doors and on their bedsteads so that they should be saved. ਪਰ ਸਾਡੇ ਉੱਤੇ ਹੁਣ ਉਹ ਲੇੜੇ ਦਾ ਲਹੂ ਨਹੀਂ ਸਾਡੇ ਉੱਤੇ ਪਰਮੇਸ਼ਰ ਦੇ ਪੁੱਤਰ ਦਾ ਲਹੂ ਲੱਗਿਆ ਹੋਇਆ। But now we have the blood ਪੁੱਤਰ ਦੇ ਲਹੂ ਦੀ ਪ੍ਰੋਟੈਕਸ਼ਨ ਉਹਦੀ ਸ਼ਕਤੀ ਦੀ ਵਾੜ ਲੱਗੀ ਹੋਈ ਆ। We are under the protection of his son. ਉਹਦੀ ਸ਼ਕਤੀ ਦੀ ਵਾੜ ਆ ਜਿਹੜੀ ਉਹ ਆਪਾਂ ਨੂੰ ਪ੍ਰੋਟੈਕਟ ਕਰਕੇ ਰੱਖਦੀ ਹੈ ਚਾਰੇ ਪਾਸਿਓਂ। And the protection of his power protects us from everywhere. ਪਿੱਛੇ ਜਿਹੀ ਦੀ ਗੱਲ ਆ ਇੱਕ ਭੈਣ ਆਪਦੀ ਸੈਂਡਿਕ ਤੇ ਬੈਠੀ ਸੀ And a few days back, one of our sister was sitting on the sun deck, ਤੇ ਉਹ ਡਿੱਗ ਪਈ ਉਹਦੀ ਬਾਂਹ ਜ਼ਰੂਰ ਟੁੱਟ ਗਈ and she fell down and she broke her arm. ਤੇ ਹਸਪੀਟਲ ਗਈ ਤੇ ਆਪਾਂ ਕਾਲ ਉਹਨੂੰ ਕੀਤੀ ਤੇ ਪੁੱਛਿਆ ਕਹਿੰਦੇ ਕਿ ਵੀ ਮੈਨੂੰ ਪੱਟੀ ਵਗੈਰਾ ਬੰਨ੍ਹ ਦਿੱਤੀ ਡਾਕਟਰ ਕਹਿੰਦਾ 2 ਦਿਨ ਬਾਅਦ ਆਈ ਵੀ ਉਸ ਤੋਂ ਬਾਅਦ ਫਿਰ ਦੇਖ ਕੇ ਇਹਦੀ ਸਰਜਰੀ ਵਗੈਰਾ ਕਰਾਂਗੇ। And she said, I went to the hospital and doctor just put the cast on it and said just come back after 2 days and ਆਪਾਂ ਪ੍ਰੇ ਕੀਤੀ ਉਹਦੇ ਨਾਲ ਰਲ ਕੇ ਪ੍ਰੇ ਕੀਤੀ ਤੇ ਆਪਾਂ ਇੱਕੋ ਹੀ ਗੱਲ ਕਹੀ ਉਹਨਾਂ ਆਪਾਂ ਸਵੀਕਾਰ ਕਰਦੇ ਹਾਂ ਆਪਾਂ ਨੂੰ ਪਤਾ ਵੀ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੋਇਆ ਕੀ ਆ ਜੇਸਨ ਦੀ ਫੇਵਰੇਟ ਵਰਸ ਆ ਕਹਿੰਦਾ ਕਿ ਤੇਰੀ ਕੋਈ ਹੱਡੀ ਨਹੀਂ ਟੁੱਟੇਗੀ ਆਪਾਂ ਇਹ ਵੀ ਕਿਹਾ ਭੈਣ ਤੇਰੀ ਕੋਈ ਹੱਡੀ ਨਹੀਂ ਟੁੱਟੇਗੀ ਇਹ ਸਰਜਰੀਆਂ ਸੁਜਰੀਆਂ ਕੁਝ ਨਹੀਂ ਕੈਂਸਲ ਕਰਦੇ ਆਪਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। And we called her and proclaimed that it is written in the word that none of your bone will be broken. And we said, sister, don't worry, you will be healed. ਤੇ 2 ਦਿਨ ਬਾਅਦ ਉਹ ਗਏ ਤਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕੋਈ ਸਰਜਰੀ ਨਹੀਂ ਕੁਛ ਨਹੀਂ ਉਹ ਪ੍ਰਭੂ ਆਪਣਾ ਚੰਗਾ ਪਰਮੇਸ਼ਰ ਆ ਉਹ ਆਪਣੇ ਲਹੂ ਦੇ ਨਾਲ ਲਹੂ ਦੀ ਸ਼ਕਤੀ ਨਾਲ ਆਪਾਂ ਨੂੰ ਪ੍ਰੋਟੈਕਟ ਕਰਕੇ ਰੱਖਦਾ। And they went
went for checkup after 2 days and everything was fine because Lord Jesus protect us with His blood. ਇਹ ਹੋ ਗਈ ਆਪਣੀ ਪਹਿਲੀ ਪ੍ਰੋਟੈਕਸ਼ਨ ਪਰਮੇਸ਼ਰ ਦੇ ਲਹੂ ਦੇ ਵਿੱਚ ਸ਼ਕਤੀ ਆ there is a power in the blood of Jesus there is a protection in the blood of Christ And this is our first point that there is a protection in the power in the blood of Jesus. कहना ना यीशु का लहू किसी बछड़े का नहीं किसी बकरे का नहीं वो तो पाक यहोवा का है हालेलुया ये लहू आ शक्तिशाली लहू है It is a powerful blood. It is not the blood of lamb or goat. It is the powerful blood of Jesus. ਹੁਣ ਆਪਾਂ ਦੇਖਦੇ ਹਾਂ ਦੂਸਰੀ ਨੰਬਰ 2 ਪ੍ਰੋਟੈਕਸ਼ਨ And we're going to see number 2 protection. ਭਜਨਾਂ ਦੀ ਕਿਤਾਬ ਜਿਹੜੀ 34 ਉਹਦੇ 7 ਦੇ ਵਿੱਚ 7 ਵਰਸ ਦੇ ਵਿੱਚ ਲਿਖਿਆ ਗਿਆ And book of Psalm 34 verse 7. 37 37 verse 4, 34 verse. ਕਹਿੰਦਾ 34 ਵਰਸ 7 ਦੇ ਵਿੱਚ ਲਿਖਿਆ ਕਹਿੰਦਾ ਉਸ ਦੇ ਦੂਤ ਉਸ ਤੋਂ ਡਰਨ ਵਾਲਿਆਂ ਦੀ ਰੱਖਿਆ ਕਰਦੇ ਨੇ ਉਸ ਦੇ ਦੂਤ ਉਸ ਤੋਂ ਡਰਨ ਵਾਲਿਆਂ ਦੀ ਰੱਖਿਆ ਕਰਦੇ ਨੇ The angel of the Lord encamps all around those. ਆਪਾਂ ਇਹ ਗੀਤ ਵੀ ਗਾਉਂਦੇ ਹੁੰਦੇ ਆ ਲੱਖਾਂ ਲੱਖ ਦੂਤ ਉਹ ਮੇਰੀ ਰਾਖੀ ਲਈ ਉਹ ਘਰ ਦਾ ਉਸ ਦਾ ਫਜ਼ਲ ਕਦੇ ਮੇਰੇ ਤੋਂ ਨਾ ਟਲਦਾ ਹੈਨਾ ਉਹਦੇ ਦੂਤ ਆ ਜਿਹੜੇ ਉਹ ਆਪਣੀ ਰਾਖੀ ਕਰਦੇ ਨੇ And His angels protect us every time. ਆਪਾਂ ਨੂੰ ਪਤਾ ਬਚਨ ਦੇ ਵਿੱਚ ਆਪਾਂ ਪੜਿਆ ਵਾ ਜਦੋਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜਰਦਨ ਦਰਿਆ ਤੋਂ ਪਾਰ ਜਦੋਂ ਉਹ ਆਤਮਾ ਦੇ ਨਾਲ ਭਰ ਕੇ ਉਸ ਥਾਂ ਦੇ ਉੱਤੇ ਆ ਤੇ ਸ਼ੈਤਾਨ ਨੇ 4 ਵਾਰ ਉਹਨਾਂ ਨੂੰ ਪਰਤਿਆਇਆ And when Lord Jesus came from the river of Jordan, and He was filled with the Spirit, and Satan tempted Him 4 times. ਕਦੇ ਕਹਿੰਦਾ ਸੀਗਾ ਉਹ ਤੂੰ ਕੋਈ ਨਾ ਰੋਟੀ ਖਾ ਲੈ ਕੋਈ ਗੱਲ ਨਹੀਂ ਆ ਤੂੰ ਪੱਥਰਾਂ ਨੂੰ ਕਹੇ ਰੋਟੀ ਬਣ ਜੂ ਇਹ ਉਹ ਕਰ ਲੂ ਪਰ ਉਹਦੇ ਵਿੱਚ ਇੱਕ ਥਾਂ ਦੇ ਉੱਤੇ ਜਦੋਂ ਪਰਤਿਆਇਆ ਤਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਕਿ ਉਹਨੂੰ ਉੱਚੇ ਮਨਾਰੇ ਦੇ ਉੱਤੇ ਖੜਾ ਕਰ ਲਿਆ ਮਨਾਰੇ ਤੇ ਖੜਾ ਕਰਕੇ ਕਹਿੰਦਾ ਤੂੰ ਇੱਥੋਂ ਛਾਲ ਮਾਰ ਦੇ ਤਾਂ ਕੀ ਆ ਕਹਿੰਦਾ ਕਿ ਪਰਮੇਸ਼ਰ ਦੇ ਦੂਤ ਆ ਜਿਹੜੇ ਤੈਨੂੰ ਬੋਝ ਲੈਣਗੇ ਤੇਰੇ ਕਿਹੜਾ ਸੱਟ ਲੱਗਣੀ ਆ And he, in his one temptation, he took him on the high tabernacle, and he asked, "Okay, you're gonna just throw yourself down, and Lord will protect you." ਇਹ ਤੋਂ ਆਪਾਂ ਦੇਖਦੇ ਕੀ ਆ ਮਤਲਬ ਦੂਤ ਪਰਮੇਸ਼ਰ ਦੇ ਦੂਤ ਆਪਣੀ ਰਾਖੀ ਕਰਦੇ ਆ And we can see here that the angel of the Lord protect us. ਪਰਮੇਸ਼ਰ ਦੇ ਦੂਤ ਆ ਜਿਹੜੇ ਸਾਡੇ ਜਿੱਧਰ ਵੀ ਅਸੀਂ ਜਾਂਦੇ ਆ ਸਾਡੇ ਅੱਗੇ ਪਿੱਛੇ ਰਹਿੰਦੇ ਨੇ ਤੇ ਬੱਚਿਆਂ ਦੇ ਵੀ ਅੱਗੇ ਪਿੱਛੇ ਰਹਿੰਦੇ ਨੇ And the angel of the Lord surround us wherever we go. ਜਦੋਂ ਯਿਸੂ ਮਸੀਹ ਨੂੰ ਫੜ ਕੇ ਲਿਜਾਇਆ ਜਾ ਰਿਹਾ ਸੀ And when the Lord Jesus was captured, ਤਾਂ ਉਹਦੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਇੱਕ ਚੇਲੇ ਨੇ ਇੱਕ ਪ੍ਰੋਹਤ ਦਾ ਮਹਾਪ੍ਰੋਹਤ ਦੇ ਨੌਕਰ ਦਾ ਕੰਨ ਕੱਟਤਾ and one of his disciples just cut the ear of one of the soldiers. ਤੇ ਕੰਨ ਜਦੋਂ ਕੱਟ ਦਿੱਤਾ ਤਾਂ ਪ੍ਰਭੂ ਯਿਸੂ ਨੇ ਜੋ ਦੇਖਿਆ ਕਹਿੰਦਾ ਮੁੰਡਿਆ ਤਲਵਾਰ ਪਾ ਆਪਦੀ ਮਿਆਨ ਦੇ ਵਿੱਚ And he commanded him to put his sword away. ਕਿਉਂਕਿ ਕਹਿੰਦਾ ਕਿ ਜੇ ਮੈਂ ਕਹਿੰਦਾ ਕਿ ਚਾਹੁੰਦਾ ਤਾਂ ਮੈਂ ਆਪਣੇ ਪਿਤਾ ਨੂੰ ਕਹਿ ਸਕਦਾ ਸੀ ਉਹਦੇ ਮੂਹਰੇ ਰਿਕੁਐਸਟ ਕਰ ਸਕਦਾ ਸੀ ਕਹਿੰਦਾ ਮੈਨੂੰ 12 ਦਸਤੇ ਫੌਜਾਂ ਦੇ ਨਾ ਭੇਜ ਦਿੰਦਾ ਉਹ And he said, if I would have wanted, I would have asked my Lord, and He would have sent me million of ਪਰ ਪਰਮੇਸ਼ਰ ਦਾ ਬਚਨ ਜਿਹੜਾ ਮਿਸ਼ਨ ਸੀਗਾ ਉਹ ਬਚਣਾ ਨਹੀਂ ਸੀ ਬਲਕਿ ਬਚਾਉਣਾ ਸੀ But Lord's purpose was not to save ਉਹ Himself. ਮਰਨ ਵਾਸਤੇ ਆਇਆ ਸੀ ਤਾਂ ਕਿ ਅਸੀਂ ਬਚ ਜਾਈਏ He came to die so that we could be saved. ਦੂਤ ਉਹਦੇ ਹਮੇਸ਼ਾ ਆਸੇ-ਪਾਸੇ ਸੀ ਪਰ ਸ਼ੈਤਾਨ ਕੀ ਚਾਹੁੰਦਾ ਸੀ ਕਿ ਇਹਦਾ ਮਿਸ਼ਨ ਫੇਲ ਹੋ ਜਾਵੇ And angels were always around him, but Satan wants to fail his purpose. ਤੇ ਜਿਹੜਾ ਅੱਗੇ ਵੀ ਮੈਂ ਕਈ ਵਾਰੀ ਇੱਕ ਦੋ ਵਾਰੀ ਮੈਂ ਸ਼ੇਅਰ ਕੀਤੀ ਹੈ ਗੱਲ ਇੱਕ ਵਾਰੀ ਇਜ਼ਰਾਈਲ ਮੁਲਕ ਦਾ ਨਾ ਲੜਾਈ ਹੋ ਰਹੀ ਸੀ ਗੁਆਂਢੀ ਮੁਲਕ ਨਾਲ And once Israel was having a war with the other country. ਤੇ ਉਹ ਜਿਹੜਾ ਗੁਆਂਢੀ ਮੁਲਕ ਸੀਗਾ ਉਹ ਹਮੇਸ਼ਾ ਹੀ ਜਿਹੜੇ ਅਟੈਕ ਕਰਦਾ ਸੀ ਮਿਜ਼ਾਈਲ ਦੇ ਨਾਲ ਅਟੈਕ ਕਰਦਾ ਸੀਗਾ ਇਜ਼ਰਾਈਲੀ ਜਿਹੜੇ ਲੜਾਕੂ ਜਹਾਜ਼ਾਂ ਤੇ And the neighbor country was used to attack on Israel with the missiles. ਉਹਦਾ ਕੋਈ ਵੀ ਵਾਰ ਲੱਗਦਾ ਨਹੀਂ ਸੀ ਜਾਨੀ ਹਰੇਕ ਵਾਰ ਖਾਲੀ ਜਾਂਦਾ ਸੀ ਉਹ ਜਿਹੜੀ ਇਜ਼ਰਾਈਲ ਦੀ ਆਰਮੀ ਸੀ ਉਹਨਾਂ ਨੂੰ ਸੱਟ ਹੀ ਨਹੀਂ ਸਕਿਆ And he couldn't defeat the army of Israel with his weapons. ਤੇ ਉਹਨਾਂ ਨੂੰ ਬੜਾ ਫਿਕਰ ਪੈ ਗਿਆ ਵੀ ਕੀ ਗੱਲ ਆ ਵੀ ਅਸੀਂ ਇੰਨੇ ਤਰੀਕੇ ਦੇ ਨਾਲ ਨਿਸ਼ਾਨੇ ਠੋਕਦੇ ਆ ਵੀ ਪਤਾ ਨਹੀਂ ਕੀ ਗੱਲ ਆ ਉਹਨਾਂ ਦੇ ਜਹਾਜ਼ਾਂ ਦੇ ਉੱਤੇ ਇੱਕ ਲੱਗਦਾ ਹੀ ਨਹੀਂਗਾ ਜਾ ਕੇ ਕੁਝ They said we are trying very hard to aim it, but we could not defeat their planes. ਉਹਨਾਂ ਨੇ ਫਾਈਂਡ ਆਊਟ ਕੀਤਾ ਪਤਾ ਉਹਨਾਂ ਨੂੰ ਕੀ ਨਿਕਲਿਆ ਵਿੱਚੋਂ ਉਹਨਾਂ ਨੇ ਕਿਹਾ ਕਹਿੰਦੇ ਅਸੀਂ ਤਾਂ ਨਿਸ਼ਾਨੇ ਬਿਲਕੁਲ ਸਿੱਧੇ ਕਰਦੇ ਆ ਉਹ ਉਹਨਾਂ ਦਾ ਪਰਮੇਸ਼ਰ ਆਕਾਸ਼ਾਂ 'ਚ ਜਾ ਕੇ ਸਾਡੇ ਨਿਸ਼ਾਨੇ ਨੂੰ ਅਖਰ-ਬਖਰ ਕਰ ਦਿੰਦਾ And then when they
found out, they saw that they were aiming straight, but the Lord took it away in the heaven. ਉਹ ਕੌਣ ਕਰਦੇ ਆ? ਪਰਮੇਸ਼ਰ ਦੇ ਦੂਤ। And it is the angel of the Lord who ਆਪਾਂ does ਨੂੰ that. ਪਤਾ ਜਿਹੜਾ ਲੜਾਕੂ ਜਿਹੜਾ ਗਰੁੱਪ ਆ ਵਾਰੀਅਰ ਨੇ ਜਿਹੜੇ ਉਹਨਾਂ ਦਾ ਜਿਹੜਾ ਦੂਤ ਹੈਗਾ ਆ ਮੇਨ ਦੂਤ ਆ ਉਹ ਮਿਕਾਏਲ ਆ। And we know that the Michael is the main angel of those warriors. ਉਵੇਂ ਜਿਵੇਂ ਮੈਸੇਂਜਰਾਂ ਦਾ ਜਿਬਰਾਇਲ ਆ। And the same way, Gabriel is the angel of messengers. ਤੇ ਇੱਕ ਹੋਰ ਵੀ ਦੂਤ ਆ, ਰਫਾਇਲ ਦੂਤ ਆ, ਜਿਹਦੇ ਨਾਂ ਦੇ ਉੱਤੇ ਤੁਹਾਨੂੰ ਪਤਾ ਵੀ ਉੱਥੋਂ ਫਰਾਂਸ ਨੇ ਆਪਾਂ ਨੂੰ ਜਹਾਜ਼ ਵਗੈਰਾ ਦਿੱਤੇ ਸੀ ਰਫਾਇਲ ਪਿੱਛੇ ਜਿਹੇ ਇੰਡੀਆ ਨੂੰ। And another angel is the Raphael. ਉਹ ਜਿਹੜਾ ਰਫਾਇਲ ਸੀਗਾ ਉਹਦਾ ਅਸਲ ਵਿੱਚ ਬਾਈਬਲ ਦੇ ਵਿੱਚ ਰਫਾਇਲ ਨਾਮ ਦਾ ਕੁਝ ਨਹੀਂ ਆਉਂਦਾ, ਪਰ ਜਿਹੜੇ ਕ੍ਰਿਸਚੀਅਨ ਟ੍ਰੈਡੀਸ਼ਨ ਉਹਨਾਂ ਨੇ ਫਾਈਂਡ ਆਊਟ ਕਰਕੇ ਇਹ ਲੱਭ ਲਿਆ ਵੀ ਰਫਾਇਲ ਜਿਹੜਾ ਦੂਤ ਆ ਇਹ ਕਿਸ ਤਰ੍ਹਾਂ ਦਾ, ਇਹ ਹੀਲਰ ਆ। And the Christians found out that the Raphael angel is a healer. ਇੱਕੋ ਥਾਂ ਦੇ ਉੱਤੇ ਇਹਦਾ ਜ਼ਿਕਰ ਆਉਂਦਾ ਆ ਇਨਡਾਇਰੈਕਟਲੀ। ਕਿੱਥੇ ਆਉਂਦਾ? ਜਦੋਂ ਆਪਾਂ ਉਹ ਪੜ੍ਹਦੇ ਆ ਜਿਹੜਾ 38 ਸਾਲਾਂ ਦਾ ਬਿਮਾਰ ਹੁੰਦਾ, ਜਦੋਂ ਉਹ ਪਾਣੀ ਜਾਣ ਕੇ ਕਹਿੰਦਾ ਇੱਕ ਦੂਤ ਪਾਣੀ ਨੂੰ ਹਿਲਾ ਦਿੰਦਾ, ਉਹ ਰਫਾਇਲ ਆ। It's written only one time in the Bible indirectly that the one of the angel come and make the water shake for the sinner, sick people. ਪਰ ਇਹ ਆਪਣਾ ਟੌਪਿਕ ਨਹੀਂਗਾ, ਇਹਦੇ ਬਾਰੇ ਵੀ ਕਦੇ ਆਪਾਂ ਖੋਲ ਕੇ ਵੀ ਗੱਲ ਕਰ ਸਕਦੇ ਹੈਗੇ। ਇਹ ਆਪਣਾ ਟੌਪਿਕ ਨਹੀਂ, ਆਪਣਾ ਟੌਪਿਕ ਆ ਕਿ ਪਰਮੇਸ਼ਰ ਆਪਾਂ ਨੂੰ ਪ੍ਰੋਟੈਕਟ ਕਰਦਾ ਆਪਣੇ ਪਵਿੱਤਰ ਲਹੂ ਦੀ ਸ਼ਕਤੀ ਦੇ ਨਾਲ, ਆਪਣੇ ਦੂਤਾਂ ਦੇ ਨਾਲ। And our topic is Lord protect us with His blood and with the power of His angels. ਜੇ ਇਬਰਾਨੀਆਂ ਦੀ ਕਿਤਾਬ ਉਹਦਾ ਪਹਿਲਾ ਅਧਿਆਇ ਉਹਦੀ 14 ਆਇਤ ਆਪਾਂ ਇੰਗਲਿਸ਼ ਦੇ ਵਿੱਚ ਪੜ੍ਹਦੇ ਹਾਂ। In book of Hebrew, chapter 1, verse 14, having become so much better than the angels, as he has by inheritance obtained a more excellent name than they. ਕਹਿੰਦਾ ਜਿਹੜੇ ਪਰਮੇਸ਼ਰ ਦੇ ਦੂਤ ਨੇ ਉਹ ਮਦਦਗਾਰ ਆਤਮਾਵਾਂ ਨੇ, ਉਹਨਾਂ ਦੀ ਮਦਦ ਕਰਦੇ ਆ ਜਿਨ੍ਹਾਂ ਨੇ ਮੁਕਤੀ ਪ੍ਰਾਪਤ ਕਰਨੀ ਆ। And it says the angels help those who are here to receive the salvation. ਸੇ ਜਿਹੜੇ ਦੂਤ ਨੇ ਕਿਵੇਂ ਬਚ ਜਾਂਦੇ ਆ ਬੱਚੇ, ਕਿਵੇਂ ਆਪਾਂ ਸਾਰੀਆਂ ਚੀਜ਼ਾਂ ਤੋਂ ਬਚ ਜਾਂਦੇ ਆ, ਕਿਉਂਕਿ ਦੂਤ ਆਪਾਂ ਨੂੰ ਪ੍ਰੋਟੈਕਟ ਕਰਕੇ ਰੱਖਦੇ ਆ, ਉਹ ਪਰਮੇਸ਼ਰ ਦੇ ਭੇਜੇ ਵੀ ਆ। And how we are saved from everything because angel protect us, those who are sent by the Lord. ਤੇ ਪਰਮੇਸ਼ਰ ਆ ਜਿਹੜਾ ਉਹ ਮਹਾਨ ਪਰਮੇਸ਼ਰ ਆ, ਉਹ ਜਿੰਦਾ ਪਰਮੇਸ਼ਰ ਆ, ਉਹਦੀਆਂ ਅੱਖਾਂ ਹਮੇਸ਼ਾ ਆਪਣੇ ਉੱਤੇ ਲੱਗੀਆਂ ਰਹਿੰਦੀਆਂ ਨੇ। And Lord is living and almighty God and His eyes are always focused on us. ਤੇ ਤੀਸਰੀ ਪ੍ਰੋਟੈਕਸ਼ਨ ਜਿਹੜੀ ਆਪਾਂ ਦੇਖਦੇ ਹਾਂ ਜ਼ਕਰਾਇਆ ਦੀ ਕਿਤਾਬ ਉਹਦੇ 2 ਦਾ 5ਵਾਂ ਅਧਿਆਇ 2 ਅਧਿਆਇ ਦਾ 5ਵੀਂ ਆਇਤ ਪੜ੍ਹਦੇ ਹਾਂ। In book of Zechariah, chapter 2, verse 5, For I says the Lord will be a wall of fire all around her. ਕਹਿੰਦਾ ਪ੍ਰਭੂ ਦਾ ਕਹਿਣਾ ਹੈ ਕਿ ਉਹ ਆਪ ਇਸ ਦੀ ਸੁਰੱਖਿਆ ਲਈ, ਕਿਹਦੀ ਸੁਰੱਖਿਆ ਲਈ? ਆਪਣੀ। ਆਪ ਇਸ ਦੀ ਸੁਰੱਖਿਆ ਦੇ ਲਈ ਇਸ ਦੇ ਚਾਰੇ ਪਾਸੇ ਅੱਗ ਦੀ 4 ਦੀਵਾਰੀ ਕਰੇਗਾ। ਅੱਗ ਦੀ 4 ਦੀਵਾਰੀ ਹੋਵੇਗਾ। ਪਰ ਇਹਦੇ ਪ੍ਰਭੂ ਮਰਨਾ ਸ਼ੈਤਾਨ ਨੇ ਲੋਕ ਹੱਥ ਲਾ ਕੇ As He will be a wall of fire all around us, Satan cannot dare to. ਐਵੇਂ ਆਪਾਂ ਰੋਂਦੇ ਰਹਿੰਦੇ ਆ, ਤੁਹਾਨੂੰ ਪਤਾ ਤੁਸੀਂ ਕੌਣ ਹੋ? And do not worry, because do you know that who you are? ਕੀ ਪਤਾ ਤੁਹਾਨੂੰ ਤੁਸੀਂ ਕਿਹਦੀ ਪ੍ਰਾਪਰਟੀ ਹੋ? ਜਿਹਦੀ ਪ੍ਰਾਪਰਟੀ ਆ ਉਹ ਆਪੇ ਤੁਹਾਡੀ ਕੇਅਰ ਕਰਦਾ ਆ। Do you know whose property you are? Because whoever's property you are, He is going to take care of you. ਜਿੱਥੇ ਦੂਤਾਂ ਦੀ ਲੋੜ ਆ ਉਹ ਦੂਤ ਭੇਜਦਾ, ਜਿੱਥੇ ਲਹੂ ਦੀ ਸ਼ਕਤੀ ਦੀ ਲੋੜ ਆ ਉੱਥੇ ਉਹ ਅਪਲਾਈ ਕਰਦਾ, ਤੇ ਜਿੱਥੇ ਅੱਗ ਦੀ ਲੋੜ ਆ ਉਹ ਅੱਗ ਦੀਆਂ ਦੀਵਾਰਾਂ ਬਣ ਜਾਂਦਾ ਸਾਡੇ ਦੁਆਲੇ। And He sent His angels, or He used the power of His blood, or He becomes the wall of fire for our protection. ਮੈਨੂੰ ਨਹੀਂ ਪਤਾ ਕਿੰਨਿਆਂ ਨੇ ਭਾਈ ਸਾਧੂ ਸੁੰਦਰ ਸਿੰਘ ਦੀ ਜੀਵਨੀ ਪੜ੍ਹੀ ਆ। And I don't know how many of you have read about Sadhu. ਇੱਕ ਵਾਰੀ ਨਾ ਉਹ ਤਿੱਬਤ ਦੇ ਵਿੱਚ ਪ੍ਰਚਾਰ ਕਰਨ ਜਾਂਦੇ ਆ। Once he went in Tibet for preaching. ਜਦੋਂ ਉਹ ਪ੍ਰਚਾਰ ਕਰਨ ਜਾਂਦੇ ਤਾਂ ਉਹਨਾਂ ਨੂੰ ਨਾ ਜਿਹੜੇ ਵਿਰੋਧੀ ਲੋਕ ਸੀਗੇ, ਮਸੀਹੀ ਵਿਰੋਧੀ ਸੀਗੇ, ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰਤਾ। And when he was preaching, the non-believers attacked on him. ਜਦੋਂ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਤਾਂ ਉਹਨਾਂ ਨੇ ਕਾਫੀ ਸੱਟਾਂ ਸੁੱਟਾਂ ਲੱਗੀਆਂ, ਇਹ ਉਹ ਕਰਕੇ ਜਾਣੀ ਕਿ ਉਹਨਾਂ ਨੂੰ ਮਰਿਆ ਗਿਆ ਸਮਝ ਕੇ ਸਿੱਟ ਕੇ ਉਹ ਭੱਜ ਗਏ। And he was severely injured, and they thought he is dead, so they left him and went away. ਤੇ ਜਿਹੜੇ ਬੰਦੇ ਬੈਠੇ ਸੀ ਸ਼ੋਰ ਨੇ ਉਹ ਪ੍ਰਚਾਰ ਜਦੋਂ ਕਰਦੇ ਸੀਗੇ ਕੋਈ ਨਾ ਕੋਈ ਉੱਥੇ ਬਲੀਵਰ ਤਾਂ ਸੀਗਾ, ਉਹ ਚੱਕ ਕੇ ਉਹਨਾਂ ਨੂੰ ਗੁਫਾ ਦੇ ਵਿੱਚ ਲੈ ਗਿਆ। And when the people, those who were sitting with and hearing he was preaching, they took him and went into the. ਜਦੋਂ ਉਹ ਤੇ ਗੁਫਾ ਦੇ ਵਿੱਚ ਲੈ ਗਿਆ ਤੇ ਗੁਫਾ ਦੇ ਵਿੱਚ ਲਿਜਾ ਕੇ ਉਹਨਾਂ ਨੇ ਉਹਦੀ ਟੇਕ ਕੇਅਰ ਕੀਤੀ, ਉਹਨੂੰ ਦੇਖਿਆ ਵਗੈਰਾ, ਤੇ ਉਹਨਾਂ ਦੀ ਮਤਲਬ ਠੀਕ ਹੋ ਚੱਲੇ ਉਹ। And they took care
him into the cave and took care of him, and he was healed. ਥੋੜੇ ਜਿਹੇ ਚਿਰ ਤੋਂ ਬਾਅਦ ਕੀ ਹੋਇਆ, ਕਿਸੇ ਹੋਰ ਲਾਗਲੇ ਪਿੰਡ ਦੇ ਵਿੱਚ ਪ੍ਰਚਾਰ ਕਰਨ ਚਲੇ ਗਏ। And after some time, he went to the near city for preaching. ਜਦੋਂ ਉੱਥੇ ਪ੍ਰਚਾਰ ਕਰਨ ਗਏ ਤਾਂ ਕਿਸੇ ਨੇ ਵਿਰੋਧੀਆਂ ਨੇ ਹੋਰ ਜਾ ਕੇ ਦੱਸਿਆ, ਕਹਿੰਦੇ ਜਿਹਨੂੰ ਤੁਸੀਂ ਕੁੱਟ ਕੇ ਆਏ ਸੀ ਉਹ ਪ੍ਰਚਾਰ ਕਰੀ ਜਾਂਦਾ ਉੱਥੇ। And even while he was preaching, the non-believers told the others that he is preaching there, those whom you have beaten up. ਉਹ ਕਹਿੰਦੇ ਅੱਛਾ, ਉਹਨਾਂ ਨੇ ਫੇਰ ਡਾਂਗਾ ਸੋਟੇ ਚੱਕ ਲਏ ਜੀ, ਫੇਰ ਚਲੇ ਗਏ ਉਹਨਾਂ ਨੂੰ ਮਾਰਨ ਵਾਸਤੇ। And they made ready their weapons and they went again to beat him. ਜਦੋਂ ਉਹਨਾਂ ਨੂੰ ਮਾਰਨ ਵਾਸਤੇ ਗਏ, ਉਹਨਾਂ ਨੂੰ ਬਗੈਰ ਮਾਰੇ ਹੀ ਉਹ ਮੁੜਿਆ ਏ। They went there but they didn't touch him and came back. ਤੇ ਅਗਲੇ ਦਿਨ ਉਹ ਉਹਨਾਂ ਦੇ ਕੋਲੇ ਜਾਂਦੇ ਨੇ। And the next day they went to the Sadhu Sundar. ਜਾ ਕੇ ਉਹਨਾਂ ਦੇ ਪੈਰੀ ਪੈ ਜਾਂਦੇ ਆ। And they bowed down into his feet. ਕਹਿੰਦੇ ਅਸੀਂ ਮੰਨ ਗਏ ਕਿ ਤੂੰ ਜਿਉਂਦੇ ਪਰਮੇਸ਼ਰ ਦਾ ਸੇਵਕ ਆ। And they said that we accept that you are the servant of the living God. ਭਾਈ ਸਾਧੂ ਸੁੰਦਰ ਸਿੰਘ ਕਹਿੰਦੇ ਕਿ ਕਿਵੇਂ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਿਆ? And Sadhu Sundar Singh asked them, how do you know? ਕਹਿੰਦੇ ਪਹਿਲਾਂ ਤਾਂ ਅਸੀਂ ਤੈਨੂੰ ਮਰਿਆ ਸਮਝ ਕੇ ਛੱਡ ਗਏ ਸੀ, ਜਦੋਂ ਦੂਸਰੀ ਵਾਰ ਅਸੀਂ ਤੈਨੂੰ ਮਾਰਨ ਆਏ ਡਾਂਗਾ ਸੋਟੇ ਲੈ ਕੇ, ਤੇ ਕਹਿੰਦੇ ਕਿ ਸਾਡੇ ਡਾਂਗਾ ਸੋਟੇ ਨਾਲ ਖੜਿਆਂ ਤੇ ਖੜੇ ਰਹਿ ਗਏ। ਕਹਿੰਦੇ ਅਸੀਂ ਦੇਖਿਆ ਤੇਰੇ ਚਾਰੇ ਪਾਸੇ ਪਰਮੇਸ਼ਰ ਦੇ ਦੂਤ ਰਿਸ਼ਤੇਦਾਰ ਦੀਆਂ ਤਾਰਾਂ ਤਲਵਾਰਾਂ ਲਈ ਖੜੇ ਸੀ। And they said that when the first time we just thought that you are dead, and the second time when we came to beat you up, ਇਹ ਪਰਮੇਸ਼ਰ ਮੇਰਾ ਪਰਮੇਸ਼ਰ ਆਏ, ਪਰਮੇਸ਼ਰ ਤੁਹਾਡਾ ਪਰਮੇਸ਼ਰ ਆ, ਫਿਕਰ ਨਾ ਕਰੋ। and the same Lord is our God, and do not be worried about anything. ਇਹ ਉਹੀ ਪਰਮੇਸ਼ਰ ਆ ਜਿਹੜਾ ਕਹਿੰਦਾ ਤੂੰ ਮੇਰੇ ਅੱਖ ਦੀ ਪੁੱਤਰੀ ਆ। And he is the same Lord who says that you are the eyelid of my ਇਹ eye. ਉਹੀ ਪਰਮੇਸ਼ਰ ਆ ਜਿਹੜਾ ਕਹਿੰਦਾ ਤੇਰੇ ਨਾਮ ਮੇਰੀ ਹਥੇਲੀ ਦੇ ਉੱਤੇ ਲਿਖੇ ਹੋਏ ਆ। He is the same God who says that I have written your name on ਕਹਿੰਦਾ my ਜਿਹੜਾ ਮੈਨੂੰ ਦੁੱਖ ਦਿੰਦਾ ਉਹ ਤੈਨੂੰ ਦੁੱਖ ਦਿੰਦਾ, ਜਿਹੜਾ ਤੈਨੂੰ ਤੰਗ ਕਰਦਾ ਉਹ ਮੈਨੂੰ ਤੰਗ ਕਰਦਾ। And he says, whoever troubles you, he troubles me. ਕਿ ਕਦੇ ਕੋਈ ਕਿਸੇ ਦੇ ਮਨ ਦੇ ਵਿੱਚ ਕੋਈ ਗੱਲ ਆਵੇ, ਕਿਸੇ ਦੇ ਵਾਸਤੇ ਆਪਾਂ ਉਹ ਬਚਨ ਦੇਖਿਆ ਸੀ ਪਹਿਲਾਂ, ਕਿਸੇ ਦੇ ਵਿੱਚ ਕਿਸੇ ਬਾਰੇ ਈਰਖਾ ਆਵੇ, ਕਿਸੇ ਵਾਸਤੇ ਕਰਵਾਹਟ ਆਵੇ, ਭੈਣੋ ਤੇ ਭਰਾਵੋ ਉਹ ਦੇਖਦਾ ਵੀ ਕਿਹਦੇ ਬਾਰੇ ਤੁਹਾਡੇ ਮਨ 'ਚ ਕੀ ਚੱਲ ਰਿਹਾ। And if you are envious or jealous about anyone, he gonna see that what are you. ਤਾਂ ਹੀ ਕਹਿੰਦਾ ਮੇਰੇ ਤੇ ਭਰੋਸਾ ਰੱਖੋ, ਮੈਂ ਕਹਿੰਦਾ ਤੁਹਾਡੀ ਖਾਤਰ ਲੜੂੰਗਾ। That's why he says, have trust in me and I will fight. ਤੁਸੀਂ ਕਹਿੰਦਾ ਆੜੇ ਤੇ ਖੜੇ ਰਹੋ, ਮੈਂ ਤੁਸੀਂ ਖੜ ਕੇ ਤਮਾਸ਼ਾ ਦੇਖਣਾ ਖਾਲੀ। And he said, you stay and stand firm here and just watch what I do. ਇਜ਼ਰਾਈਲ ਦੇ ਵਿੱਚ ਨਾ ਇੱਕ ਨਬੀ ਰਹਿੰਦਾ ਸੀ। There was a prophet in Israel, ਅਲੀਸ਼ਾ ਸੀ ਨਾਮ ਉਹਦਾ। and his name was Elijah. ਉਹ ਏਲੀਆ ਨਬੀ ਜਿਹੜਾ ਸੀਗਾ ਉਹਦਾ ਸੇਵਕ ਸੀ। And he was a servant of prophet Elijah. ਜਦੋਂ ਏਲੀਆ ਨਬੀ ਦਾ ਜਿਹੜਾ ਸੀਗਾ ਇਹ ਉਹੀ ਸੀ ਜਿਹਨੇ ਦੁੱਗਣਾ ਮਸਾ ਮੰਗਿਆ ਸੀ। And he was the same prophet who asked for a double anointment. ਤੇ ਜਿਹੜਾ ਇਜ਼ਰਾਈਲ ਦਾ ਰਾਜਾ ਸੀਗਾ ਉਹਦਾ ਯੁੱਧ ਹੁੰਦਾ ਰਹਿੰਦਾ ਸੀ ਅਰਾਮੀ ਲੋਕਾਂ ਨਾਲ। And the king of Israel used to have fight with the people of Aram. ਤੇ ਜਿਹੜਾ ਇਜ਼ਰਾਈਲੀ ਰਾਜਾ ਸੀ ਉਹਨੇ ਪਲਾਨ ਬਣਾਈ ਆਪਣੇ ਲੋਕਾਂ ਦੇ ਨਾਲ, ਅਧਿਕਾਰੀਆਂ ਦੇ ਨਾਲ ਬੈਠ ਕੇ ਵੀ ਫਲਾਣੇ ਥਾਂ ਦੇ ਉੱਤੇ ਆਪਾਂ ਕੈਂਪ ਲਾ ਲਈਏ। And the king took advice from his people that we should encamp in some city. ਤੇ ਜਿਹੜਾ ਅਲੀਸ਼ਾ ਸੀਗਾ ਉਹਨੇ ਮੈਸੇਜ ਭੇਜਿਆ ਉਸ ਰਾਜੇ ਨੂੰ, ਕਹਿੰਦਾ ਵੀ ਤੂੰ ਉੱਥੇ ਕੈਂਪ ਨਾ ਲਾਈ ਕਿਉਂਕਿ ਉੱਥੇ ਰਾਮੀ ਸੈਨਾ ਜਿਹੜੀ ਉਹ ਲੋਕੇ ਬੈਠੀ ਹੋਈ ਆ। And Elisha sent a message that you shouldn't go there because the warrior of Aram is hidden there. ਚਲੋ ਉਹਨੇ ਇਜ਼ਰਾਈਲੀ ਰਾਜਾ ਜਿਹੜਾ ਸੀਗਾ ਉਸਨੇ ਆਪਣੇ ਸੇਵਕਾਂ ਨੂੰ ਜਿਹੜੇ ਮਤਲਬ ਉਹਦੇ ਲੜਨ ਵਾਲੇ ਸੀਗੇ ਸੈਨਾ ਨੂੰ ਉਹਨਾਂ ਨੂੰ ਥੋੜਾ ਚਕੰਨੇ ਕਰ ਦਿੱਤਾ ਵੀ ਚਕੰਨੇ ਰਹੋ ਵੀ ਇੱਥੇ ਲਾਗੇ ਛਾਗੇ ਉਹ ਲੋਕ ਨੇ। And the king gave them heed that just be aware that they are around us. ਤੇ ਜਿਹੜਾ ਰਾਮੀ ਰਾਜਾ ਸੀਗਾ ਨਾ ਉਹਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਬੁਲਾ ਲਿਆ ਆਪਣੇ ਕੋਲੇ। And the king called all his people to him. ਕਹਿੰਦਾ ਦੱਸੋ ਮੈਨੂੰ ਉਹਨੂੰ ਸੂਹ ਕੌਣ ਦਿੰਦਾ ਜਾ ਕੇ। And he said, just tell me who told them. ਦੱਸੋ ਤੁਹਾਡੇ ਚੋਂ ਕੌਣ ਉਹਦੇ ਨਾਲ ਰਲਿਆ ਹੋਇਆ। And tell me who is on his side. ਉਹਨਾਂ ਦੇ ਵਿੱਚੋਂ ਇੱਕ ਜਣਾ ਬੋਲਿਆ, ਕਹਿੰਦਾ ਰਾਜਾ ਜੀ ਕੋਈ ਨਹੀਂ ਰਲਿਆ ਹੋਇਆ, ਉਹਦਾ ਇੱਕ ਉੱਥੇ ਇਜ਼ਰਾਈਲ ਦੇ ਵਿੱਚ ਇੱਕ ਨਬੀ ਆ, ਉਹ ਭਾਵੇਂ ਤੁਸੀਂ ਗੁਪਤ ਦੇ ਵਿੱਚ ਜਾ ਕੇ ਕੁਝ ਸੋਚ ਵੀ ਲਵੋ, ਗੱਲ ਵੀ ਕਰੋ, ਉਹਨੇ ਜਾ ਕੇ ਉਹ ਵੀ ਉਹਨੂੰ ਦੱਸ ਦੇਣੀ ਆ। And he says there is none of on the people of Israel's side. There is a one prophet who tells them everything. ਤੇ ਰਾਮੀ ਰਾਜਾ ਨੇ ਕੀ ਕੀਤਾ, ਉਹ ਕਹਿੰਦਾ ਕਿ ਚਲੋ ਜਾਓ, ਕਹਿੰਦਾ ਉਹਨੂੰ ਗ੍ਰਿਫਤਾਰ ਕਰਕੇ ਲਿਆਓ, ਉਹਨੂੰ ਫੜ ਲਿਆਓ ਇੱਥੋਂ। And the king said, okay, go and arrest the prophet. ਤੇ ਜਦੋਂ ਉਹਨੂੰ ਫੜਨ ਵਾਸਤੇ ਗਏ ਤਾਂ ਜਦੋਂ ਪਤਾ ਲੱਗਿਆ ਉਹਨਾਂ ਨੇ ਕੀ ਕੀਤਾ, ਹਲੇ ਫੜਿਆ ਤਾਂ ਹੈ ਨਹੀਂ, ਚੱਕ ਕੇ ਜਦੋਂ ਮਤਲਬ ਫੜਨ ਵਾਸਤੇ ਭੇਜਿਆ ਆਪਣੀ ਵੱਡੀ ਸੈਨਾ ਭੇਜੀ, ਘੋੜੇ ਰਾਥ ਇਹ ਉਹ ਸਾਰਾ ਕੁਝ ਭੇਜਿਆ। And he sent all his army and his weapons to arrest him. ਜਿਹੜਾ ਅਲੀਸ਼ਾ ਸੀਗਾ ਉਹਦਾ ਵਿਚਾਰਾ ਜਿਹੜਾ ਸੇਵਕ ਸੀਗਾ ਉਹ ਬਾਹਰ ਨਿਕਲਿਆ, ਜਦੋਂ ਉਹਨੇ ਦੇਖਿਆ ਪਹਾੜ ਦੇ ਉੱਤੇ ਸਾਰੇ ਘੋੜੇ ਰਾਥ ਉਹਨਾਂ ਦੇ ਰਾਮੀ ਸੈਨਾ ਦੇ ਚੜੇ ਆਏ ਰਹੇ ਨੇ।
Elisha's servant came out and he saw all the big army coming ਉਹ toward them. ਉਹ ਜਾ ਕੇ ਇੱਕਦਮ ਅੰਦਰ ਜਾ ਕੇ ਏਲੀਸ਼ਾ ਨੂੰ ਕਹਿੰਦਾ ਕਿ ਗੁਰੂ ਜੀ ਕਹਿੰਦਾ ਕਿ ਬਹੁਤ ਮਾੜਾ ਹੋ ਗਿਆ, ਕਹਿੰਦਾ ਕਿ ਉਹਨਾਂ ਨੇ ਤਾਂ ਆਪਾਂ ਨੂੰ ਘੇਰ ਲਿਆ, ਹੁਣ ਆਪਾਂ ਕਿਵੇਂ ਬਚਾਂਗੇ? And he went inside and said, Lord, they have surrounded us now. How we can be saved now? ਏਲੀਸ਼ਾ ਕਹਿੰਦਾ ਕਿ ਡਰ ਨਾ, ਕਹਿੰਦਾ ਜਿਹੜੇ ਉਹਨਾਂ ਦੇ ਨੇ ਉਹਨਾਂ ਨਾਲੋਂ ਕਿਤੇ ਵੱਧ ਗਿਣਤੀ ਕਹਿੰਦਾ ਉਹਦੀ ਆ ਜਿਹੜਾ ਆਪਾਂ ਨੂੰ ਬਚਾਉਣ ਵਾਲਾ ਆ। And he said, our Lord is powerful than those who have surrounded us. ਉਹਨੇ ਏਲੀਸ਼ਾ ਨੇ ਉਹਦੇ ਵਾਸਤੇ ਪ੍ਰੇ ਕੀਤੀ ਵੀ ਇਹਨੂੰ ਪ੍ਰਭੂ ਤੂੰ ਇਹਦੀਆਂ ਅੱਖਾਂ ਖੋਲ। ਜਿਉਂ ਉਹਦੀਆਂ ਅੱਖਾਂ ਖੋਲੀਆਂ, ਜਿਉਂ ਉਹਨੇ ਦੇਖਿਆ ਤੇ ਸਾਰਾ ਪਹਾੜ ਜਿਹੜਾ ਸੀ ਉਹ ਅੱਗ ਦੇ ਰਥਾਂ ਨਾਲ ਤੇ ਅੱਗ ਦੀਆਂ ਲਾਟਾਂ ਦੇ ਨਾਲ ਭਰਿਆ ਪਿਆ ਸੀ। Then Elisha prayed, and when he opened his eyes, the mountain was surrounded with the wall of ਉਹ ਅੱਗ ਦੀਆਂ ਲਾਟਾਂ ਦੇ ਨਾਲ ਆਪਾਂ ਨੂੰ ਪ੍ਰੋਟੈਕਟ ਕਰਨ ਵਾਲਾ ਪਰਮੇਸ਼ਰ ਆ। surrounded us with a wall of fire. ਉਹ ਅੱਗ ਬਣ ਕੇ ਆਪਦੇ ਲੋਕਾਂ ਦੀ ਰੱਖਿਆ ਕਰਦਾ ਵਾ। He becomes a fire and protects his ਕਿਤੇ people. ਉਹ ਅੱਗ ਦਾ ਖੰਭਾ ਬਣ ਕੇ ਲੋਕਾਂ ਨੂੰ ਗਾਈਡ ਕਰਦਾ ਤੇ ਪ੍ਰੋਟੈਕਟ ਕਰਦਾ ਤੇ ਉਹਨਾਂ ਨੂੰ ਲੀਡ ਕਰਦਾ। Sometimes he becomes a pillar of fire and he guides his people and he protects his people. ਭਾਸ਼ਣ ਕਰਨ ਵਾਲੀ ਅੱਗ ਆ ਆਪਣਾ ਪਰਮੇਸ਼ਰ। It is a fire that can ਆਪਾਂ ਪੜ੍ਹਦੇ ਆ ਸ਼ੋਰਲੀ ਉਹ ਦਿਆਲੂ ਤੇ ਕਿਰਪਾਲੂ। ਯੈਸ, ਉਹ ਦਿਆਲੂ ਤੇ ਕਿਰਪਾਲੂ ਵੀ ਆ, ਉਹ ਭਾਸ਼ਣ ਕਰਨ ਵਾਲੀ ਅੱਗ ਵੀ ਆ। He is a merciful Lord, but he can burn us down. ਉਹਦੇ ਲੋਕਾਂ ਵੱਲ ਕੋਈ ਦੇਖ ਵੀ ਨਹੀਂ ਸਕਦਾ, ਉਹਦੇ ਲੋਕਾਂ ਨੂੰ ਕੋਈ ਉਂਗਲ ਨਹੀਂ ਚੱਕ ਸਕਦਾ, ਉਹਦੇ ਲੋਕਾਂ ਤੇ ਕੋਈ ਬੁਰਾ ਭਲਾ ਨਹੀਂ ਕਹਿ ਸਕਦਾ। ਉਹ ਬਹੁਤ ਖਤਰਨਾਕ ਪਰਮੇਸ਼ਰ ਆ। And no one can say bad things about his people because he is almighty. ਇਸੇ ਕਰਕੇ ਰੋਮਨ ਦੀ ਕਿਤਾਬ ਦੇ ਵਿੱਚ ਇੱਕ ਥਾਂ ਦੇ ਉੱਤੇ ਲਿਖਿਆ ਹੋਇਆ ਉਹ ਕਿਰਪਾਲੂ ਤੇ ਦਿਆਲੂ ਵੀ ਆ, ਪਰ ਕਹਿੰਦਾ ਕਿ ਉਹ ਭਿਆਨਕ ਵੀ ਬਹੁਤ ਆ। And it says he is a gracious and merciful Lord, but he ਇੱਕ ਸੋਚ ਨੂੰ ਜਾਣਦਾ ਵੀ ਸਾਡੀ ਸੋਚ ਕਿਹਦੇ ਬਾਰੇ ਕੀ ਸੋਚ ਰਹੀ ਆ। ਈਰਖਾ ਕਰ ਰਹੀ ਆ ਸੋਚ, ਕਿਸੇ ਬਾਰੇ ਜੈਲਸੀ ਕਰ ਰਹੀ ਆ ਸੋਚ, ਕਿਸੇ ਨੂੰ ਥੱਲੇ ਡੇਗਣ ਦੀ ਕੋਸ਼ਿਸ਼ ਕਰ ਰਹੀ ਆ ਸੋਚ, ਜਾਂ ਆਪਣੇ ਆਪ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਉਹ ਦੇਖਦਾ ਭੈਣੋ ਤੇ ਭਰਾਵਾ। And he knows everything. Whatever we think about others, he knows everything. ਇਹ ਹੋਈਆਂ ਆਪਣੀਆਂ ਤਿੰਨ ਪ੍ਰੋਟੈਕਸ਼ਨਾਂ। ਚੌਥੀ ਪ੍ਰੋਟੈਕਸ਼ਨ ਆਪਾਂ ਦੇਖਦੇ ਹਾਂ। And now we're going to see our fourth protection. ਅਬਰਾਹਮ ਦੀ ਪਤਨੀ ਸਾਰਾ ਸੀ। And the wife of Abraham was Sarah. ਉਹਦੇ ਕੋਈ ਬੱਚਾ ਨਹੀਂ ਸੀ And she didn't have a ਤੇ ਅਬਰਾਹਮ ਦੇ ਇੱਕ ਪੁੱਤਰ ਹੋਇਆ ਜਿਹੜਾ ਕਿ ਉਹਦੀ ਦਾਸੀ ਤੋਂ ਹੋਇਆ। and Abraham had a son from his maid. ਤੇ ਉਹਦੀ ਜਿਹੜੀ ਦਾਸੀ ਸੀ ਉਹਦਾ ਨਾਮ ਸੀ ਹਾਜਰਾ। ਤੇ ਹਾਜਰਾ ਜਿਹੜੀ ਸੀਗੀ ਉਹ ਸਾਰਾ ਨੂੰ ਤੁੱਛ ਸਮਝਣ ਲੱਗੀ ਕਿਉਂਕਿ ਉਹਦਾ ਬੱਚਾ ਹੋ ਗਿਆ ਸੀ, ਉਹਦੇ ਹੋਇਆ ਨਹੀਂ ਸੀ। And Hagar started to neglect Sarah because she didn't have a child. ਤੇ ਉਹਨੂੰ ਬਹੁਤ ਗੁੱਸਾ ਆਇਆ ਤੇ ਅਬਰਾਹਮ ਨੂੰ ਕਹਿੰਦੀ ਇਹਨੂੰ ਘਰੋਂ ਕੱਢ। And Sarah was angry. He asked Abraham to send her away. ਉਹ ਕਹਿੰਦਾ ਭਈਏ ਮਾਨਸੇ ਵੀ ਤੇਰੀ ਇਹ ਦਾਸੀ ਆ, ਕਹਿੰਦਾ ਕਿ ਤੂੰ ਮਰਜ਼ੀ ਜੋ ਇਹਦੇ ਨਾਲ ਕਰ, ਮੈਨੂੰ ਕੀ। And he said, she is your maid. You can do whatever you want to ਤੇ her. ਉਹਨੇ ਉਹਦੇ ਤੇ ਸਖਤੀ ਕੀਤੀ ਤੇ ਉਹ ਘਰੋਂ ਭੱਜ ਗਈ। And she became strict with her, and she. ਤੇ ਰੋਂਦੀ ਕਰਨਾਂਦੀ ਜਦੋਂ ਉਹ ਜਾਂਦੀ ਹੈਗੀ ਆ ਆਪਣੇ ਮਾਰੂਸਥਲ ਦੇ ਵਿੱਚ ਭੱਜੀ ਜਾਂਦੀ ਆ ਤਾਂ ਉੱਥੇ ਵੀ ਪਰਮੇਸ਼ਰ ਨੇ ਉਹਦੀ ਕਰਾਹਟ ਨੂੰ ਸੁਣਿਆ। And when the maid was flee away and she was in the desert and Lord ਤੇ had ਉੱਥੇ ਉਹ ਪਤਾ cried. ਕੀ ਬੋਲੀ ਸੀ, ਕਹਿੰਦੀ ਕਿ ਉਹ ਤੂੰ ਦੇਖਣ ਵਾਲਾ ਪਰਮੇਸ਼ਰ ਆ। And she said, you are the Lord who sees everything. ਉਹਦੀਆਂ ਅੱਖਾਂ ਸਾਡੇ ਤੇ ਲੱਗੀਆਂ ਗਈਆਂ। ਨਾਲੇ ਚੌਥੀ ਪ੍ਰੋਟੈਕਸ਼ਨ ਆ ਇਹ। And fourth protection is his eyes are focused on us. ਉਹਦੀਆਂ ਅੱਖਾਂ ਸਾਰੇ ਸੰਸਾਰ ਦੇ ਉੱਤੇ ਘੁੰਮਦੀਆਂ ਨੇ ਭੈਣੋ ਤੇ ਭਰਾਵੋ। And his eyes are revolving around all the world. ਉਹ ਪ੍ਰਭੂ ਦੀ ਨਜ਼ਰ ਤੋਂ ਕੋਈ ਵੀ ਦੁਨੀਆ ਦੀ ਚੀਜ਼ ਲੁਕੀ ਹੋਈ ਨਹੀਂ ਗੀ। And none of the things is hidden from the eyes of Lord. ਦੇਖਦਾ ਉਹ ਚਾਰੇ ਪਾਸੇ ਵੀ ਕੌਣ ਮੇਰੀ ਆਗਿਆਕਾਰੀ 'ਚ ਚੱਲਦਾ ਜਾਂ ਕੌਣ ਕਿਹੜੇ ਰਾਹ ਤੇ ਚੱਲਦਾ, ਕਿਤੇ ਗਲਤ ਦਾ ਰਾਹ ਤੇ ਨਹੀਂ ਚੱਲਦਾ, ਮੈਂ ਕਿੱਥੋਂ ਕਿਹਨੂੰ ਪ੍ਰੋਟੈਕਟ ਕਰਨਾ, ਕੀ ਕਰਨਾ। ਉਹਦੀਆਂ ਅੱਖਾਂ ਹਮੇਸ਼ਾ ਆਪਣੇ ਤੇ ਘੁੰਮਦੀਆਂ ਰਹਿੰਦੀਆਂ ਨੇ। And he sees who is following the path of my obedience and who is on the wrong path. ਇਹ ਕਹਿੰਦਾ ਇਹੀ ਨਹੀਂ ਵੀ ਜਦੋਂ ਹੁਣ ਆਪਾਂ ਜਿਉਨੇ ਆ ਤਾਂ ਹੀ ਉਹਦੀਆਂ ਅੱਖਾਂ ਆਪਣੇ ਤੇ ਘੁੰਮਦੀਆਂ ਨੇ। And it is not only that we are living, that's why his eyes ਦੇਖੋ are. ਜਰਮਾਇਆ ਦੀ ਕਿਤਾਬ 1:5 ਦੇ ਵਿੱਚ ਕੀ ਲਿਖਿਆ ਹੋਇਆ। In book of Jeremiah chapter 1 verse 5, before I formed you in the womb, I knew you. Before you were born, I sanctified you. ਕਹਿੰਦਾ ਤੇਰੀ ਕੁੱਖ ਦੇ ਤੇ ਜਰਮਾਇਆ ਨੂੰ ਕਹਿੰਦਾ ਪਰਮੇਸ਼ਰ ਤੇਰੇ ਮਾਂ ਦੀ ਕੁੱਖ ਦੇ ਵਿੱਚ ਪੈਣ ਤੋਂ ਪਹਿਲਾਂ ਹੀ ਕਹਿੰਦਾ ਕਿ ਮੈਂ ਤੈਨੂੰ ਜਾਣਦਾ। ਕਿਵੇਂ ਜਾਣਦਾ? ਇਹਦਾ ਮਤਲਬ ਕਹਿੰਦਾ ਮੈਂ ਤੈਨੂੰ ਦੇਖ ਲਿਆ ਸੀ, ਮੈਂ ਪਹਿਲਾਂ ਹੀ ਤੈਨੂੰ ਕਹਿੰਦਾ ਕਿ ਕੌਮਾਂ ਦਾ ਨਬੀ ਚੁਣ ਲਿਆ ਸੀ। And he says that I ordained you a prophet of the world, and I knew you before you were in the womb of your mother. ਉਹਦੀਆਂ ਨਜ਼ਰਾਂ ਸਾਡੇ ਤੇ ਹਮੇਸ਼ਾ ਲੱਗੀਆਂ ਰਹਿੰਦੀਆਂ ਨੇ। And his eyes are always on us. ਲੱਗੀਆਂ ਹੀ ਨਹੀਂ ਰਹਿੰਦੀਆਂ ਬਲਕਿ ਟਿਕੀਆਂ ਰਹਿੰਦੀਆਂ ਨੇ। It's not only that he put his eyes on us, but he focused his eyes
eyes on ਪਤਾ us. ਆਏ ਮੈਂ ਕੰਮ ਕਰਦੀ ਮੈਨੂੰ ਯਾਦ ਆ ਗਈ ਜਦੋਂ ਬੰਟੇ ਖੇਡਦੇ ਹੁੰਦੇ ਆ ਉਦੋਂ ਐਂ ਕਰਕੇ ਜਦੋਂ ਵੱਜਦਾ ਵਿੱਚ ਟਿੱਕੀਆਂ ਰਹਿੰਦੀਆਂ ਨੇ ਉਹਦੀਆਂ ਨਜ਼ਰਾਂ ਇਦਾਂ And his eyes are stayed on us. ਉਹ ਦੇਖਦਾ ਪਰਮੇਸ਼ਰ ਆ And he is the one who sees. ਉਹ ਉੱਪਰੋਂ ਸਾਨੂੰ ਵਾਚ ਹੀ ਕਰਦਾ ਰਹਿੰਦਾ ਵੀ ਕਿੱਧਰ ਨੂੰ ਜਾਂਦਾ ਕਿੱਥੇ ਖੜਾ ਕਿਹਦੇ ਨਾਲ ਗੱਲ ਕਰਦਾ ਕੀ ਗੱਲ ਕਰਦਾ ਆਹੀ ਕੋ ਸਕਦਾ And he always watches us wherever we go, whatever we do. ਤੇ ਉਹਦੀਆਂ ਅੱਖਾਂ ਦੀ ਜਿਹੜੀ ਬਾੜ ਆ ਅੱਖਾਂ ਦੀ ਪ੍ਰੋਟੈਕਸ਼ਨ ਆ ਜਿਹੜੀ ਉਹ ਆਪਣੇ ਤੇ ਹਮੇਸ਼ਾ ਲੱਗੀ ਰਹਿੰਦੀ ਆ And the protection of his eyes is always ਭਜਨਾਂ ਦੀ on us. ਸਾਹਿਬ 121:8 ਦੇ ਵਿੱਚ ਲਿਖਿਆ ਹੋਇਆ ਕਹਿੰਦਾ ਉਹ ਅੰਦਰ ਬਾਹਰ ਜਾਣ ਤੇ ਹਮੇਸ਼ਾ ਲਈ ਤੈਨੂੰ ਵਾਚ ਕਰਦਾ ਰਹਿੰਦਾ And in the book of Psalm, chapter 121, verse 8, it says, "The Lord shall preserve you, you going out and you coming in." ਇਹ ਨਾ ਕਹੋ ਵੀ ਜਦੋਂ ਸਾਮ 121:8 ਦੇ ਵਿੱਚ ਲਿਖਿਆ ਹੋਇਆ ਇਹ ਨਾ ਸੋਚੋ ਬਈ ਜਦੋਂ ਅਸੀਂ ਘਰੋਂ ਨਿਕਲਦੇ ਹਾਂ ਪਤਾ ਨਹੀਂ ਸਾਡੀ ਮਾਂ ਐਡੀਆਂ ਚੱਕ ਚੱਕ ਦੇਖਦੀ ਆ ਵੀ ਮੇਰਾ ਪੁੱਤ ਗਿਆ ਘਰੋਂ ਜਾਂ ਮੇਰੀ ਮਾਂ ਗਈ ਨਹੀਂ ਤਾਂ ਉਹ ਤੋਂ ਪਹਿਲਾਂ ਮਾਂ ਤੋਂ ਪਹਿਲਾਂ ਉਹ ਦੇਖਦਾ ਪਿਓ And we know that our mother watches us when we left our home, but the Lord who is watch us before our mother. ਅਸੀਂ ਕਿੱਥੋਂ ਦੀ ਲੰਘਦੇ ਆ ਅਸੀਂ ਕੀ ਕਰਦੇ ਆ ਪਰਮੇਸ਼ਰ ਸਾਨੂੰ ਦੇਖਦਾ ਵਾ And he watch everything, whatever we do and ਪਿੱਛੇ wherever. ਜਿਹੇ ਦੀ ਗੱਲ ਆ ਇੱਕ ਭੈਣ ਸਾਡੀ ਰੋਡ ਕ੍ਰਾਸ ਕਰ ਰਹੀ ਸੀ And that a few days back, one of our sister was crossing the road. ਜਦੋਂ ਭੈਣ ਰੋਡ ਕ੍ਰਾਸ ਕਰ ਰਹੀ ਸੀ ਉਧਰੋਂ ਇੱਕ ਕਾਰ ਆਈ ਬੜੀ ਜ਼ੋਰ ਦੀ And while she was crossing the road, a car came on a fast speed. ਇੰਨੀ ਤੇਜ਼ ਆਈ ਬਈ ਸਮਝੋ ਵੀ ਜਿਹੜੇ ਨਾਲ ਦੇ ਆਸੇ-ਪਾਸੇ ਲੋਕ ਖੜੇ ਸੀ ਉਹ ਸੋਚਦੇ ਸੀ ਵੀ ਲਪੇਟ ਕੇ ਲੈ ਗਈ ਜੀ ਕਾਰ ਭੈਣ ਨੂੰ And the people who were around there, they were thinking that she is gonna pass away. ਉਹ ਜਦੋਂ ਕਾਰ ਨਾ ਗਈ ਜਦੋਂ ਉਹਨਾਂ ਨੇ ਦੇਖਿਆ ਭੈਣ ਤਾਂ ਆਰਾਮ ਨਾਲ ਉੱਥੇ ਪਰਲੀ ਲਾਈਨ ਦੇ ਵਿੱਚ ਤੁਰੀ ਜਾਂਦੀ ਆ And when the car passed, they saw that the sister was just walking in the other lane. ਭੈਣ ਦੇ ਕੋਲੇ ਆਣ ਕੇ ਲੋਕ ਕਹਿੰਦੇ ਕਿ ਆਰ ਯੂ ਓਕੇ And the people came and asked, are you doing okay? ਤੁਸੀਂ ਠੀਕ ਹੋ? ਉਹ ਕਹਿੰਦੀ ਕਿਉਂ ਕੀ ਹੋ ਗਿਆ ਸੀ And she said, what happened? ਉਹ ਭੈਣ ਤੇ ਭਰਾਵੋ ਕਾਰ ਦੀ ਲਪੇਟ ਨਹੀਂ ਸਕੀ ਭੈਣ ਨੂੰ ਆ ਵੇਖੀ ਆ ਇਹਨੂੰ ਕਾਰ ਦੀ ਲਪੇਟ ਨਹੀਂ ਸਕੀ ਇਹ ਆਰਾਮ ਨਾਲ ਆਇਆ ਫਮ ਕਰਦੀ ਪਰਲੇ ਪਾਸੇ ਲੰਘੀ ਕਾਰ ਪਤਾ ਹੀ ਨਹੀਂ ਬੱਚਾ ਪਰਮੇਸ਼ਰ ਦੇ ਦੂਤ ਪਰ ਅੱਖਾਂ ਉਹਦੀਆਂ ਲੱਗੀਆਂ ਸੀ ਉਹਨੇ ਦੂਤ ਭੇਜੇ ਦੂਤਾਂ ਨੂੰ ਚੁੱਕ ਕੇ ਪਰਲੇ ਪਾਸੇ ਭੈਣ ਨੂੰ ਕਰ And because his eyes were focused on the sister, and he sent his angel that ਐਸਾ ਪਰਮੇਸ਼ਰ ਆ ਇਹ ਮਾਮੂਲੀ ਨਹੀਂ ਭੈਣੋ ਤੇ ਭਰਾਵੋ ਸਾਡਾ ਪਰਮੇਸ਼ਰ ਬਹੁਤ ਮਹਾਨ ਹੈ he is not an ordinary God. He is the Almighty God, powerful God. ਉਹ ਧਰਤੀ ਦੇ ਉੱਤੇ ਹਰ ਇੱਕ ਮਾਨਵ ਨੂੰ ਦੇਖਦਾ ਪਤਾ ਕਿਉਂ ਦੇਖਦਾ ਕਈ ਕਾਰਨ ਨੇ ਇਸ ਕਰਕੇ ਵੀ ਦੇਖਦਾ ਕਿ ਕੀ ਕੋਈ ਸਮਝਦਾਰ ਹੈਗਾ ਆ ਕੀ ਕੋਈ ਮੈਨੂੰ ਪਛਾਣਦਾ ਵੀ ਮੈਂ ਪਰਮੇਸ਼ਰ ਆ ਇਹਦਾ ਮੁਕਤੀ ਦਾਤਾ ਆ And he sees us because he wants to know, is there anyone who is seeking for me, who wants me to be his savior? ਪਤਾ ਕਾਹਤੋਂ ਦੇਖਦਾ ਤਾਂ ਦੇਖਦਾ ਕਹਿੰਦਾ ਮੈਂ ਸਾਰੇ ਜਗਤ ਨੂੰ ਇੰਨਾ ਪਿਆਰ ਕੀਤਾ ਮੈਂ ਆਪਣਾ ਇਕਲੌਤਾ ਦੇ ਦਿੱਤਾ ਸਾਰੇ ਜਗਤ ਦੇ ਵਾਸਤੇ ਹੁਣ ਕਹਿੰਦਾ ਮੈਂ ਇਹਨਾਂ ਨੂੰ ਦੇਖਾਂ ਨਾ And you know why he sees us? He is like, I have given my only begotten son for these people, and now I'm going to watch them. ਉਹ ਦੇਖਣ ਵਾਲਾ ਪਰਮੇਸ਼ਰ ਆ ਲੋਕਾਂ ਤੋਂ ਡਰੋ ਚਾਹੇ ਨਾ ਵੀ ਤੁਹਾਨੂੰ ਕੋਈ ਦੇਖਦਾ ਜਾਂ ਨਹੀਂ ਦੇਖਦਾ ਉਹ ਦੇਖਦਾ And he is the one who sees us. Don't worry about the people, but worry about the Lord. ਚੰਗਾ ਪਰਮੇਸ਼ਰ ਆ ਤਿਆਰੀ ਕਰੋ ਡਰਦੇ ਕੰਬਦੇ ਕਦਮ ਚੱਕੀਏ ਡਰਦੇ ਕੰਬਦੇ ਮੂੰਹ ਖੋਲੀਏ ਡਰਦੇ ਕੰਬਦੇ ਕਿਸੇ ਦੇ ਬਾਰੇ ਸੋਚੀਏ ਵੀ ਡਰਦੇ ਕੰਬਦੇ And he is a merciful and gracious Lord. Whenever you say anything, say it with the fear and tremble of the Lord. ਪੰਜ ਪ੍ਰੋਟੈਕਸ਼ਨਾਂ ਦੇਖਣ ਵਾਸਤੇ ਕਿਹਾ ਸੀ ਹੁਣ ਪੰਜਵੀਂ ਪ੍ਰੋਟੈਕਸ਼ਨ ਦੇਖਦੇ ਹਾਂ ਜਿਹੜੀ ਬੜੀ ਪਾਵਰਫੁਲ ਪ੍ਰੋਟੈਕਸ਼ਨ And the fifth protection is a very powerful protection. ਯੋਹੰਨਾ ਦੀ ਕਿਤਾਬ 17:11 ਪੜ੍ਹਦੇ ਹਾਂ Book of John, chapter 17, verse 11. Now I am no longer in the world, but these are in the world, and I come to you. Holy Father, keep through your name those who you have given me, that they may be one as we are. ਕਹਿੰਦਾ ਜਦੋਂ ਪ੍ਰਭੂ ਯਿਸੂ ਮਸੀਹ ਪਿਤਾ ਦੇ ਕੋਲੇ ਜਾਣ ਲੱਗੇ ਤਾਂ ਉਹਨਾਂ ਨੇ ਚੇਲਿਆਂ ਦੇ ਵਾਸਤੇ ਜਾਨੀ ਆਪਣੇ ਸਭ ਵਾਸਤੇ ਇੱਕ ਪ੍ਰਾਰਥਨਾ ਕੀਤੀ 17ਵਾਂ ਯੋਹੰਨਾ ਦੀ ਕਿਤਾਬ 17 ਚੈਪਟਰ ਸਾਰੀ ਪ੍ਰਾਰਥਨਾ ਹੀ ਆ ਆਪਣੇ ਵਾਸਤੇ ਕੀਤੀ ਹੋਈ And then the book of John, chapter 17, it's all of the prayer about us. ਪਿਤਾ ਦੇ ਕੋਲੇ ਪ੍ਰਾਰਥਨਾ ਕੀ ਕਰਦੇ ਨੇ ਪ੍ਰਭੂ ਯਿਸੂ ਜੀ ਕਹਿੰਦੇ ਕਿ ਪਿਤਾ ਮੈਂ ਤਾਂ ਹੁਣ ਤੇਰੇ ਕੋਲ ਨੂੰ ਆ ਰਿਹਾ ਪਰ ਆ ਜਿਹੜੇ ਥੱਲੇ ਧਰਤੀ ਤੇ ਰਹਿ ਗਏ ਨਾ ਤੂੰ ਇਹਨਾਂ ਦੀ ਰੱਖਿਆ ਕਰੀ And Lord Jesus said, Lord Father, I am coming to you, and now those who are on this earth, you're gonna protect them. ਨਾਲ ਪਤਾ ਕੀ ਲਿਖਿਆ ਹੋਇਆ ਕਹਿੰਦਾ ਰੱਖਿਆ ਕਰੀ ਉਸ ਨਾਂ ਦੇ ਸਦਕੇ ਜਿਹੜਾ ਨਾਂ ਤੂੰ ਮੈਨੂੰ ਦਿੱਤਾ ਵਾ And he said, protect them for the sake of that name that you have given to me. Oh, there is a power in the name of Christ and there is a protection in the name of Jesus Christ. शक्ति
ਲਿਆ ਤੇ ਰੱਖਿਆ ਹੈ ਪਰਮੇਸ਼ਵਰ ਦੇ ਨਾਮ ਦੇ। ਜਦੋਂ ਕੋਈ ਗੱਲ ਸਾਡੇ ਨਾਲ ਬੀਤਦੀ ਆ ਰਾਈਟ ਵੇ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਦੇ ਵਿੱਚ ਰੱਖ ਦੋ, ਨਹੀਂ ਤਾਂ ਜਿਹੜੀ ਉਹ ਗੱਲ ਆ ਉਹ ਸਾਨੂੰ ਨੁਕਸਾਨ ਪਹੁੰਚਾ ਸਕਦੀ ਆ। ਯਿਸੂ ਉਦੋਂ ਹੀ ਉਸ ਨੂੰ ਲਪੇਟ ਲੈਂਦਾ ਆ। Whenever you go into a situation, just put it in front of Lord Jesus and He ਪਾਵਰਫੁਲ ਨਾਮ ਪਰਮੇਸ਼ਰ ਨੇ ਜਿਹੜਾ ਆਪਾਂ ਨੂੰ ਦਿੱਤਾ ਹੋਇਆ। ਵਾਓ, ਕਿੱਥੋਂ ਕਿੱਥੋਂ ਬਚਾ ਕੇ ਸਾਨੂੰ ਰੱਖਦਾ, ਕਿੱਥੋਂ ਕਿੱਥੋਂ ਸਾਡੇ ਨਾਲ 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 ਚੱਲਦਾ ਆ ਉਹ ਪਰਮੇਸ਼ਰ ਸਾਡੇ। ਉਹਦਾ ਨਾਂ, ਉਹਦੇ ਨਾਂ 'ਚ ਐਸੀ ਸ਼ਕਤੀ ਆ, ਉਹਦੇ ਨਾਂ ਦੇ ਵਿੱਚ ਐਸੀ ਕੁਦਰਤ ਪਾਈ ਜਾਂਦੀ ਆ। ਯਿਸੂ ਨਾਮ ਵਿੱਚ ਕੁਦਰਤ ਪਾਈ ਜਾਂਦੀ ਹੈ। ਹਾਲੇਲੂਇਆ। He is the powerful name and the whole universe is in this name and He protects us and He walks. ਮੱਤੀ ਦੀ ਕਿਤਾਬ ਉਹਦੇ 28 ਦੇ 19-20 ਦੇ ਵਿੱਚ ਲਿਖਿਆ, ਕਹਿੰਦਾ ਜਾਓ ਸਾਰੀ ਦੁਨੀਆ ਤੇ ਜਾਓ ਤੇ ਮੇਰੇ ਚੇਲੇ ਬਣਾਓ। And it says in Matthew 28:19-20, ਕਹਿੰਦਾ go therefore and make disciples of all ਐ nations. ਸਾਰਿਆਂ ਨੂੰ ਪਵਿੱਤਰ ਆਤਮਾ ਦੇ ਵਿੱਚ ਨਾਂ ਦੇ ਵਿੱਚ ਪਾਣੀ ਦੇ ਨਾਲ ਬਪਤਿਸਮਾ ਦੇਵੋ And baptize them in the name of the Father and of the Son ਤੇ and ਜਿਹੜੇ of the ਹੁਕਮ ਮੈਂ ਤੁਹਾਨੂੰ ਦਿੱਤੇ ਆ ਉਹ ਉਹਨਾਂ ਨੂੰ ਵੀ ਸਿਖਾਵੋ। and teach them the command that I have given to you. ਕਹਿੰਦਾ ਮੈਂ ਜੁਗਾਂ ਜੁਗਾਂ ਤੱਕ ਤੁਹਾਡੇ ਨਾਲ ਆ। And He said, I am with you always, even to the end of the age. ਕਾਹਦੇ ਲਈ ਨਾਲ ਆ? Why He is with us? ਪ੍ਰੋਟੈਕਟ ਕਰਨ ਲਈ। To protect us. ਕਿਉਂਕਿ ਜਦੋਂ ਅਸੀਂ ਸੁਣਾਉਣ ਜਾਂਦੇ ਹਾਂ ਸਾਨੂੰ ਆਸੇ-ਪਾਸੇ ਬਹੁਤ, ਜਿਵੇਂ ਕਹਿੰਦੇ ਹੁੰਦੇ ਆ ਭਜਨਾਂ ਦੀ ਕਿਤਾਬ 'ਚ ਲਿਖਿਆ ਹੋਇਆ ਇੱਕ ਥਾਂ ਦੇ ਉੱਤੇ ਦਾਊਦ ਕਹਿੰਦਾ ਪ੍ਰਭੂ ਮੈਂ ਬਸ਼ਾਨ ਦੇ ਸਿੰਘਾਂ ਦੇ ਵਿਚਕਾਰ ਰਹਿਣਾ ਵਾਂ। ਜਾਣੀ ਖਤਰਨਾਕ ਜਿਹੜੇ ਮਾਰਨ ਵਾਲੇ ਸਿੰਘ ਮਾਰਨ ਵਾਲੇ ਸਥਾਨ ਹੁੰਦੇ ਨੇ, ਬਲਦ ਹੁੰਦੇ ਨੇ। And He says that I stays in the horn of oxes, and those are the very dangerous horns that, and You protect me from there. ਇਹ ਇੱਕ ਨਾਂ ਹੀ ਆ ਜਿਹੜਾ ਸਾਨੂੰ ਇਹ ਸਾਰਿਆਂ ਤੋਂ ਬਚਾ ਸਕਦਾ। And only one name that who ਕਦੇ can ਕਿਸੇ ਨੂੰ ਪਰਮੇਸ਼ਰ ਦਾ ਬਚਨ, ਕਿਸੇ ਨੂੰ ਪਰਮੇਸ਼ਰ ਦਾ ਨਾਮ ਦੱਸਣ ਤੋਂ ਡਰੋ ਨਾ, ਜਪੋ ਨਾ, ਕਿਉਂਕਿ ਉਹ ਤੁਹਾਡੇ ਨਾਲ ਆ ਜਿਹੜਾ ਸੈਨਾਵਾਂ ਦਾ ਯਹੋਵਾ ਪਰਮੇਸ਼ਰ ਹੈ। And don't worry about sharing the name of Lord with anyone, because He is with you, who is the Lord of ਕਿਉਂਕਿ ਰੋਮਨ ਦੀ ਕਿਤਾਬ 10:13 ਦੇ ਵਿੱਚ ਕਿਹਾ, ਕਹਿੰਦਾ ਜਿਹੜਾ ਪ੍ਰਭੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ, ਉਹ ਮੁਕਤੀ ਪਾਵੇਗਾ। And whoever is going to take His name, he's going to be saved and he's going to receive the salvation. ਮੁਕਤੀ ਕੀ ਆ? ਛੁਟਕਾਰਾ। What is the salvation? It is ਛੁਟਕਾਰਾ freedom. ਕੀ ਆ? ਸ਼ੈਤਾਨ ਦੇ ਕੰਮਾਂ ਤੋਂ। And what is the freedom? It is the freedom from the deeds of Satan. ਤੇ ਪਰਮੇਸ਼ਰ ਸਾਨੂੰ ਸ਼ੈਤਾਨ ਦੇ ਕੰਮਾਂ ਤੋਂ ਛੁਟਕਾਰਾ ਦਿੰਦਾ, ਮੁਕਤੀ ਦਿੰਦਾ, ਉਹ ਸਾਡੀ ਪ੍ਰੋਟੈਕਸ਼ਨ ਆ। And Lord give us the freedom from the deeds of Satan, and He is our protection. ਅਖੀਰ ਦੇ ਵਿੱਚ ਆਪਾਂ ਦੇਖਦੇ ਹਾਂ, ਕਹਿੰਦਾ ਜਿਸ ਨੇ ਸਾਨੂੰ ਪਿਆਰ ਕੀਤਾ, ਜਿਸ ਨੇ ਸਾਨੂੰ ਪ੍ਰੋਟੈਕਟ ਕਰਕੇ ਰੱਖਿਆ ਆਪਣੇ ਲਹੂ ਦੀ ਸ਼ਕਤੀ ਦੇ ਨਾਲ, ਆਪਣੀਆਂ ਨਜ਼ਰਾਂ ਦੇ ਨਾਲ, ਆਪਣੇ ਦੂਤਾਂ ਦੇ ਨਾਲ, ਆਪਣੀਆਂ ਅੱਗ ਦੀਆਂ ਲਾਟਾਂ ਦੇ ਨਾਲ ਔਰ ਆਪਣੇ ਨਾਂ ਦੇ ਨਾਲ। And in the last it says, who has protected us with the power of His blood, with His name, with the wall of fire, with His angels. ਰੋਮਨ ਦੀ ਕਿਤਾਬ 8:38-39 ਦੇ ਵਿੱਚ ਲਿਖਿਆ ਹੋਇਆ, ਕਹਿੰਦਾ ਉਸ ਤੋਂ ਨਾ ਕਹਿੰਦਾ ਸਾਨੂੰ ਮੌਤ, ਨਾ ਜੀਵਨ, ਨਾ ਸਵਰਗ, ਨਾ ਸ਼ੈਤਾਨ ਦੀਆਂ ਸ਼ਕਤੀਆਂ, ਨਾ ਵਰਤਮਾਨ ਸ਼ਕਤੀਆਂ, ਨਾ ਆਕਾਸ਼ੀ ਸ਼ਕਤੀਆਂ, ਨਾ ਪਤਾਲ ਦੀਆਂ ਸ਼ਕਤੀਆਂ, ਬਲਕਿ ਸਾਰੀ ਸ੍ਰਿਸ਼ਟੀ ਦੀ ਕੋਈ ਵੀ ਸ਼ਕਤੀ ਸਾਨੂੰ ਉਸ ਦੇ ਪਿਆਰ ਤੋਂ ਅਲੱਗ ਨਹੀਂ ਕਰ ਸਕਦੀ। In the Rome 8:30 it says, neither death, nor life, nor angels, nor principalities, nor powers, nor things present, nor things to the come. ਇਸੇ can separate us from ਕਰਕੇ the love of ਭਜਨਾਂ ਦੀ ਕਿਤਾਬ ਜਿਹੜਾ 37 ਆਪਾਂ ਪਹਿਲਾਂ ਪੜ੍ਹ ਕੇ ਗਏ ਆ, ਕਹਿੰਦਾ ਦੁਖੀ ਨਾ ਹੋ। That's why it says, do not ਕੁਕਰਮੀਆਂ ਦੇ ਕਾਰਨ ਟੁੱਟ ਨਾ ਕਹਿੰਦਾ। and do not be envious. ਪ੍ਰਭੂ ਕਹਿੰਦਾ ਮੇਰੇ ਤੇ ਭਰੋਸਾ ਰੱਖੋ, ਭਲੇ ਕੰਮ ਕਰੋ, ਧਰਤੀ ਦੇ ਉੱਤੇ ਵਸੋ, ਸਚਾਈ ਦੀ ਪਾਲਣਾ ਕਰੋ, ਪ੍ਰਭੂ ਦੀ ਸੰਗਤ ਦੇ ਵਿੱਚ ਆਨੰਦ ਮਾਣੋ। ਕਿਉਂ? ਕਿਉਂਕਿ ਉਹਦੀ ਪ੍ਰੋਟੈਕਸ਼ਨ ਸਾਡੇ ਉੱਤੇ ਹੈ। ਉਹ ਜਿੰਦਾ ਪਰਮੇਸ਼ਰ ਆ, ਅਸੀਂ ਮਾਮੂਲੀ ਲੋਕ ਨਹੀਂਗੇ। ਕੋਈ ਸਮਾਂ ਸੀ ਜਦੋਂ ਅਸੀਂ ਲੋਕ ਵੀ ਨਹੀਂ ਸੀ। ਪਤਰਸ ਦੇ ਵਿੱਚ ਲਿਖਿਆ 2:9 ਦੇ ਵਿੱਚ ਕਹਿੰਦਾ ਕਿ ਕੋਈ ਸਮਾਂ ਸੀ ਜਦੋਂ ਅਸੀਂ ਲੋਕ ਵੀ ਨਹੀਂ ਸੀ, ਅੱਜ ਅਸੀਂ ਉਹਦੇ ਮਹਾਜਾਜਕਾਂ, ਉਹਦੇ ਪੁਰੋਹਿਤਾਂ, ਉਹਦੇ ਰਾਜਸੀ ਪੁਰੋਹਿਤਾਂ, ਅਸੀਂ ਉਹਦੇ ਲੋਕ ਹਾਂ, ਪਰਮੇਸ਼ਰ ਦੇ ਲੋਕ ਹਾਂ। ਅੱਜ ਅਸੀਂ
And there was a time when we were not even the people, not the human beings, but now we are the priests of the Lord. ਬੱਚੇ ਹੀ ਡੈਡੀਕੇਟਡ, ਆਪਾਂ ਵੀ ਡੈਡੀਕੇਟਡ ਆ। Not only the kids are dedicated, but ਜਦੋਂ ਡੈਡੀਕੇਸ਼ਨ ਹੋ ਜਾਂਦੀ ਆ ਉਦੋਂ ਮਾਂ-ਬਾਪ ਦੀ ਤਾਂ ਜ਼ਿੰਮੇਵਾਰੀ ਬਣ ਜਾਂਦੀ ਆ। ਉਦੋਂ ਸਿਰਫ ਬਈ ਮੈਂ ਬੱਚਿਆਂ ਨੂੰ ਹੁਣ ਦੇਖਣਾ ਵਾ ਕਿਉਂਕਿ ਇਹ ਮੇਰੇ ਹੱਥ ਦੇ ਵਿੱਚ ਪਰਮੇਸ਼ਰ ਦੀ ਅਮਾਨਤ ਆ। ਅਸਲ ਵਿੱਚ ਉਹਦੀ ਅਮਾਨਤ ਆ, ਚੀਜ਼ ਉਹਦੀ ਹੋਈ ਆ। ਮਾਂ-ਬਾਪ ਦੀ ਡਿਊਟੀ ਬਣ ਜਾਂਦੀ ਆ ਵੀ ਉਹਦੇ ਡਰ ਦੇ ਥੱਲੇ ਰਹਿ ਕੇ ਅਸੀਂ ਆਪਣੇ ਬੱਚਿਆਂ ਨੂੰ ਪਾਲੀਏ। And when they dedicate their children, it becomes the parents' responsibility to take care of their kids under the protection and the fear of Lord. ਉਹਨੇ ਇੱਕ ਦਿਨ ਆਪਾਂ ਤੋਂ ਇਹ ਹਿਸਾਬ ਕਿਤਾਬ ਲੈਣਾ ਵੀ ਇਹ ਬੱਚੇ ਤੁਹਾਨੂੰ ਮੈਂ ਪ੍ਰੋਟੈਕਟ ਕਰਨ ਨੂੰ, ਤੁਹਾਨੂੰ ਮੈਂ ਇਹ ਬੱਚੇ ਸੰਭਾਲਣ ਵਾਸਤੇ ਦਿੱਤੇ ਸੀ, ਤੁਸੀਂ ਇਹਨਾਂ ਦੀ ਕਿਹੜੀ ਕੇਅਰ ਕੀਤੀ, ਕਿਸ ਤਰੀਕੇ ਦੇ ਨਾਲ ਕੇਅਰ ਕੀਤੀ। ਜਦੋਂ ਕਹਿੰਦਾ ਕਿ ਮੇਰੀਆਂ ਸਾਰੀਆਂ ਪ੍ਰੋਟੈਕਸ਼ਨਸ ਤੁਹਾਡੇ ਨਾਲ ਸੀਗੀਆਂ। And one day Lord gonna ask us that how did you took care of these kids that who I have given to them. ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਸੱਚਮੁੱਚ ਉਹ ਜੀਂਦਾ ਪਰਮੇਸ਼ਰ ਆ। And let's give ਉਹ ਜੀਂਦਾ ਪਰਮੇਸ਼ਰ ਆ। ਉਹਦੇ ਨਾਮ ਦੇ ਵਿੱਚ ਬੜੀ ਵੱਡੀ ਤਾਕਤ ਆ, ਉਹਦੇ ਲਹੂ ਦੇ ਵਿੱਚ ਬੜੀ ਵੱਡੀ ਤਾਕਤ ਆ, ਉਹਦੇ ਦੇਖਣ ਦੇ ਵਿੱਚ ਬਹੁਤ ਵੱਡੀ ਤਾਕਤ ਆ। ਉਹ ਬਾੜਾ ਲਾਈ ਬੈਠਾ ਸਾਡੇ ਦੁਆਲੇ, ਸ਼ੈਤਾਨ ਦੀ ਮਜ਼ਾਲ ਨਹੀਂ ਉਹ ਉਹਦੇ ਵਿੱਚ ਦੀ ਇੱਕ ਉਂਗਲ ਵੀ ਆਪਣੀ ਅੰਦਰ ਕਰ ਦੇਵੇ। ਭੈਣੋ ਤੇ ਭਰਾਵੋ, ਇਹ ਪਰਮੇਸ਼ਰ ਤੋਂ ਡਰਦੇ ਕੰਬਦੇ ਹੋਏ ਰਹੀਏ। ਇਹ ਪਿਆਰ ਕਰਨ ਵਾਲਾ ਪਰਮੇਸ਼ਰ ਆ, ਇਹ ਕਿਰਪਾਲੂ ਪਰਮੇਸ਼ਰ ਆ, ਇਹ ਦਿਆਲੂ ਪਰਮੇਸ਼ਰ ਆ, ਇਹ ਭਾਸ਼ਣ ਕਰਨ ਵਾਲੀ ਅੱਗ ਵੀ ਆ। ਪਰ ਆਪਾਂ ਨੂੰ ਉਹ ਅੰਤਾਂ ਦਾ ਪਿਆਰ ਕਰਦਾ ਵਾ। ਹਾਲੇਲੂਇਆ, ਧੰਨਵਾਦ ਕਰਦੇ ਆ। ਆਓ ਖੜੇ ਹੋ ਜਾਾਂਗੇ, ਇਹਦੀਆਂ ਪ੍ਰੋਟੈਕਸ਼ਨਾਂ ਦੇ ਵਾਸਤੇ ਆਪਾਂ ਧੰਨਵਾਦ ਕਰੀਏ ਪਰਮੇਸ਼ਰ ਦਾ। ਹਾਲੇਲੂਇਆ।